ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਹਾਂ ਜਸਪਾਲ ਕੌਰ। ਮੈਂ ਹੈਲਥ ਕੇਅਰ ਦਾ ਵਿਸ਼ਾ ਪੜ੍ਹਾਉਂਦੀ ਹਾਂ ਅਤੇ ਮੈਂ ਬਤੌਰ ਵੋਕੇਸ਼ਨਲ ਟ੍ਰੇਨਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਮੰਡਗੜ੍ਹ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿਖੇ ਕੰਮ ਕਰ ਰਹੀ ਹਾਂ। ਅਤੇ ਅੱਜ ਮੈਂ ਤੁਹਾਨੂੰ 9th ਕਲਾਸ ਦਾ ਯੂਨਿਟ ਪਹਿਲਾ ਪੜ੍ਹਾਵਾਂਗੀ, ਜਿਸ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਜਿਹੜਾ ਮਨੁੱਖੀ ਸਰੀਰ ਹੁੰਦਾ ਉਹਦੀ ਬਣਤਰ ਕਿੱਦਾਂ ਹੁੰਦੀ ਹੈ, ਉਹਦੇ ਕੀ ਕੰਮ ਹੁੰਦੇ ਨੇ, ਕਿਹੜੇ ਅੰਗ ਹੁੰਦੇ ਨੇ, ਕਿਹੜੇ ਅੰਗਾਂ ਦੇ ਕਿਹੜੇ ਔਰਗਨ ਸਿਸਟਮ ਦੇ ਕੀ ਕੰਮ ਹੁੰਦੇ ਨੇ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਦੇਖੀਏ, ਜਦੋਂ ਵੀ ਆਪਾਂ ਨੇ ਮਨੁੱਖੀ ਸਰੀਰ ਬਾਰੇ ਪੜ੍ਹਨਾ ਤਾਂ ਆਪਾਂ ਦੋ ਤਰ੍ਹਾਂ ਪੜ੍ਹ ਸਕਦੇ ਹਾਂ, ਦੋ ਤਰੀਕੇ ਨੇ। ਇੱਕ ਹੁੰਦੀ ਹੈ ਅਨਾਟਮੀ ਅਤੇ ਇੱਕ ਹੁੰਦੀ ਹੈ ਫਿਜ਼ੀਓਲੋਜੀ। ਠੀਕ ਹੈ ਜੀ। ਤਾਂ ਅਨਾਟਮੀ ਦਾ ਮਤਲਬ ਹੁੰਦਾ ਹੈ ਕਿ ਜੇ ਆਪਾਂ ਮਨੁੱਖੀ ਸਰੀਰ ਦੀ ਬਣਤਰ ਬਾਰੇ ਪੜ੍ਹ ਰਹੇ ਹਾਂ ਕਿ ਮਨੁੱਖੀ ਸਰੀਰ ਬਣਿਆ ਕਿਸ ਤਰ੍ਹਾਂ ਹੈ, ਕਿਹੜੀ ਚੀਜ਼ ਦਾ ਬਣਿਆ ਹੈ, ਕਿਹੜੀਆਂ ਹੱਡੀਆਂ, ਕਿਹੜੇ ਅੰਗ। ਠੀਕ ਹੈ। ਜਦੋਂ ਆਪਾਂ ਇਹਨਾਂ ਚੀਜ਼ਾਂ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਅਨਾਟਮੀ। ਠੀਕ ਹੈ। ਜਿਵੇਂ ਕਿ ਆਪਾਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ, ਦੇਖੋ ਲਿਖਿਆ ਹੋਇਆ ਨਾ ਇਸ ਪਿਕਚਰ ਦੇ ਵਿੱਚ, ਜਿਹੜੀ ਫਸਟ ਪਿਕਚਰ ਹੈ ਕਿ ਅਨਾਟਮੀ ਆਫ ਹਿਊਮਨ ਬੋਡੀ। ਇਸ ਦੇ ਵਿੱਚ ਦੇਖੋ ਇਹਨਾਂ ਨੇ ਦਿਖਾਇਆ ਹੋਇਆ ਹੈ ਕਿ ਇਹ ਬ੍ਰੇਨ ਹੈ, ਇਹ ਈਸੋਫੇਗਸ ਹੈ, ਲੀਵਰ ਹੈ, ਕਿਡਨੀਜ਼ ਹੈ, ਲੰਗਸ, ਹਾਰਟ, ਸਟਮਕ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਦਿਖਾਈਆਂ ਹੋਈਆਂ ਨੇ। ਤਾਂ ਇਹ ਕੀ ਹੈ ਅਨਾਟਮੀ ਦਾ ਮਤਲਬ ਕੀ ਹੋਇਆ ਫਿਰ ਕਿ ਜਦੋਂ ਆਪਾਂ ਅੰਗ ਬਾਰੇ ਪੜ੍ਹ ਰਹੇ ਕਿ ਕਿਹੜੇ ਅੰਗ ਨੇ, ਕਿਵੇਂ ਸਰੀਰ ਕਿਹੜੀਆਂ ਚੀਜ਼ਾਂ ਨਾਲ ਬਣਿਆ ਹੋਇਆ। ਅਤੇ ਫਿਰ ਦੂਜੀ ਗੱਲ ਆ ਜਾਂਦੀ ਹੈ ਫਿਜ਼ੀਓਲੋਜੀ ਦੀ। ਫਿਜ਼ੀਓਲੋਜੀ ਦਾ ਮਤਲਬ ਕੀ ਹੁੰਦਾ ਫਿਜ਼ੀਓਲੋਜੀ ਦਾ ਮਤਲਬ ਹੁੰਦਾ ਕਿ ਜਦੋਂ ਆਪਾਂ ਉਸ ਸਾਰੀ ਚੀਜ਼ਾਂ ਦੇ ਕੰਮ ਬਾਰੇ ਪੜ੍ਹਦੇ ਹਾਂ ਕਿ ਉਹਨਾਂ ਚੀਜ਼ਾਂ ਦੇ ਫੰਕਸ਼ਨ ਕੀ ਨੇ। ਠੀਕ ਹੈ ਨਾ। ਆਪਣੇ ਸਰੀਰ ਦੇ ਵਿੱਚ ਠੀਕ ਹੈ ਇੱਕ ਅਲੱਗ ਤਰ੍ਹਾਂ ਦੇ ਅੰਗ ਨੇ, ਵੱਖਰੇ ਅਤੇ ਉਹ ਅੰਗ ਮਿਲ ਕੇ ਇੱਕ ਔਰਗਨ ਸਿਸਟਮਸ ਬਣਾਉਂਦੇ ਨੇ, ਪ੍ਰਣਾਲੀਆਂ ਬਣਾਉਂਦੇ ਨੇ ਵੱਖਰੀਆਂ। ਅਤੇ ਫਿਰ ਉਹਨਾਂ ਦੇ ਕੰਮ ਕੀ ਨੇ। ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਲੈ ਲਈਏ, ਜਿਵੇਂ ਹਾਰਟ ਦਾ ਜਿਹੜਾ ਸਿਸਟਮ ਹੁੰਦਾ। ਠੀਕ ਹੈ ਨਾ। ਹਾਰਟ ਦੇ ਜਿਹੜਾ ਸਿਸਟਮ ਹੈ ਉਹਦਾ ਕੰਮ ਕੀ ਹੈ, ਪੂਰੀ ਬੋਡੀ ਦੇ ਵਿੱਚ ਬਲੱਡ ਸਰਕੂਲੇਟ ਕਰਨਾ ਅਤੇ ਗੰਦਾ ਖੂਨ ਜਿਹੜਾ ਹੈਗਾ ਉਹ ਬੋਡੀ ਦੇ ਵਿੱਚੋਂ ਬਾਹਰ ਕੱਢਣਾ। ਠੀਕ ਹੈ ਨਾ। ਤਾਂ ਇਹ ਕੀ ਹੈ ਫਿਜ਼ੀਓਲੋਜੀ। ਜਦੋਂ ਆਪਾਂ ਕਿਸੇ ਅੰਗ ਦੇ ਕੰਮ ਬਾਰੇ ਪੜ੍ਹਦੇ ਹਾਂ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਫਿਜ਼ੀਓਲੋਜੀ। ਜਿਵੇਂ ਤੁਸੀਂ ਇਹਦੇ ਵਿੱਚ ਹੀ ਸੈਕਿੰਡ ਪਿਕਚਰ 'ਚ ਦੇਖ ਸਕਦੇ ਹੋ, ਇਹਨਾਂ ਨੇ ਦੇਖਿਆ ਹੋਇਆ, ਦੇਖੋ ਹਿਊਮਨ ਸਰਕੂਲੇਟਰੀ ਸਿਸਟਮ ਕਿ ਕਿੱਦਾਂ ਕੰਮ ਕਰਦਾ ਹੈ ਨਾ, ਕਿ ਆਕਸੀਜਨੇਟਡ ਬਲੱਡ ਇਹਨਾਂ ਨੇ ਦਿਖਾਇਆ ਹੋਇਆ ਪ੍ਰੋਪਰਲੀ। ਅਤੇ ਇਹ ਕੀ ਹੋਇਆ ਫਿਰ ਜੇ ਆਪਾਂ ਇਸ ਚੀਜ਼ ਬਾਰੇ ਪੜ੍ਹ ਰਹੇ ਹਾਂ ਤਾਂ ਇਹ ਕੀ ਹੋਇਆ ਫਿਜ਼ੀਓਲੋਜੀ। ਠੀਕ ਹੈ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਕਿ ਅਨਾਟਮੀ ਦਾ ਮਤਲਬ ਕੀ ਹੈ, ਫਿਜ਼ੀਓਲੋਜੀ ਦਾ ਮਤਲਬ ਕੀ ਹੈ। ਅਨਾਟਮੀ ਦਾ ਮਤਲਬ ਹੈ ਕਿ ਸਿਰਫ ਆਪਾਂ ਅੰਗਾਂ ਬਾਰੇ ਜਾਣ ਰਹੇ ਹਾਂ ਕਿ ਕਿਹੜੀ ਚੀਜ਼ ਹੈ, ਕਾਹਦੀ ਬਣੀ ਹੋਈ ਹੈ, ਕਿੱਦਾਂ ਬਣੀ ਹੋਈ ਹੈ, ਕਿੱਥੇ ਉਹਦੀ ਪਲੇਸ ਹੈ। ਅਤੇ ਅਗਰ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਕੰਮ ਬਾਰੇ ਜਾਣਨਾ ਚਾਹੁੰਦੇ ਹਾਂ ਸਿਸਟਮ ਦੇ, ਤਾਂ ਉਹ ਕੀ ਹੁੰਦਾ ਹੈ ਫਿਜ਼ੀਓਲੋਜੀ। ਠੀਕ ਹੈ। ਹੁਣ ਜਦੋਂ ਕਹਿੰਦੇ ਆਪਾਂ ਅਨਾਟਮੀ ਨੂੰ ਪੜ੍ਹਦੇ ਹਾਂ ਨਾ, ਅਤੇ ਅਨਾਟਮੀ ਦੇ ਵਿੱਚ ਅੱਗੇ ਹੋਰ ਬਹੁਤ ਸਾਰੇ ਸਬਜੈਕਟਸ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਪੜ੍ਹਦੇ ਹਾਂ। ਜਿਵੇਂ ਕਿ ਇਹਨਾਂ ਨੇ ਦੱਸਿਆ ਹੋਇਆ, ਦੇਖੋ ਇੱਥੇ ਹਿਸਟੋਲੋਜੀ ਸਭ ਤੋਂ ਪਹਿਲਾਂ। ਲੌਜੀ ਦਾ ਮਤਲਬ ਤੁਸੀਂ ਹਮੇਸ਼ਾ ਪੜ੍ਹਿਆ ਹੋਊਗਾ, ਸਾਇੰਸ ਵਾਲੇ ਟੀਚਰਸ ਨੇ ਵੀ ਤੁਹਾਨੂੰ ਦੱਸਿਆ ਹੋਊਗਾ ਕਿ ਲੌਜੀ ਦਾ ਮਤਲਬ ਹੁੰਦਾ ਕਿਸੇ ਚੀਜ਼ ਬਾਰੇ ਪੜ੍ਹਨਾ, ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਪੜ੍ਹਨਾ, ਉਹਦੇ ਬਾਰੇ ਸਾਰੀ ਚੀਜ਼ ਜਾਣਨੀ। ਤਾਂ ਇਸੇ ਤਰ੍ਹਾਂ ਹਿਸਟੋਲੋਜੀ ਦਾ ਮਤਲਬ ਕੀ ਹੈ, ਟਿਸ਼ੂਜ਼ ਦੀ ਸਟੱਡੀ ਕਰਨਾ। ਠੀਕ ਹੈ। ਸਾਈਟੋਲੋਜੀ ਦਾ ਮਤਲਬ ਕੀ ਹੈ, ਸੈਲਸ ਦੀ ਸਟੱਡੀ ਕਰਨਾ। ਮਾਇਓਲੋਜੀ ਦਾ ਮਤਲਬ ਮਸਲ ਆਪਣੀਆਂ ਮਾਸਪੇਸ਼ੀਆਂ ਦੇ ਬਾਰੇ ਜਾਣਨਾ, ਮਾਸਪੇਸ਼ੀਆਂ ਬਾਰੇ ਪੜ੍ਹਨਾ। ਓਸਟੀਓਲੋਜੀ ਦਾ ਮਤਲਬ ਹੈ ਬੋਨਸ, ਹੱਡੀਆਂ ਦੇ ਬਾਰੇ ਪੜ੍ਹਨਾ। ਆਰਥਰੋਲੋਜੀ ਜੁਆਇੰਟਸ, ਜੋ ਆਪਣੇ ਜੋੜ ਨੇ, ਗੋਡੇ ਦਾ ਜੋੜ ਹੋ ਗਿਆ, ਕੂਹਣੀ ਦਾ ਜੋੜ ਹੋ ਗਿਆ, ਮੋਢੇ ਦਾ ਜੋੜ ਹੋ ਗਿਆ, ਮਤਲਬ ਆਪਣੇ ਜੋੜਾਂ ਬਾਰੇ ਪੜ੍ਹਨਾ ਜੋ ਆਪਣੇ ਸਰੀਰ ਦੇ ਜੋੜ ਨੇ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਨਿਊਰੋਲੋਜੀ ਦੀ। ਨਿਊਰੋਲੋਜੀ ਦੇ ਵਿੱਚ ਹੁੰਦਾ ਹੈ ਕਿ ਆਪਣੇ ਨਰਵਸ ਸਿਸਟਮ ਬਾਰੇ ਪੜ੍ਹਨਾ, ਜੋ ਆਪਣਾ ਬ੍ਰੇਨ ਦੇ ਨਾੜੀ ਤੰਤਰ ਹੈ, ਬ੍ਰੇਨ ਦੇ ਵਿੱਚੋਂ ਜਾਂਦਾ ਪੂਰੀ ਬੋਡੀ ਦੇ ਵਿੱਚ, ਉਸ ਬਾਰੇ ਪੜ੍ਹਨਾ। ਨੈਕਸਟ ਹੈਗਾ ਲਾਸਟ ਸਪਲੈਂਕੋਲੋਜੀ। ਇਸ ਦੇ ਵਿੱਚ ਹੁੰਦਾ ਕਿ ਆਪਣੇ ਸਰੀਰ ਦੇ ਵਿੱਚ ਜੋ ਵੀ ਖਾਲੀ ਔਰਗਨਸ ਨੇ, ਖਾਲੀ ਅੰਗ ਨੇ, ਉਹਨਾਂ ਬਾਰੇ ਸਟੱਡੀ ਕਰਨਾ। ਠੀਕ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਦੱਸਿਆ ਹੋਇਆ, ਜਿਹੜੇ ਇਹਦੇ ਸਬ ਪਾਰਟਸ ਨੇ ਅਨਾਟਮੀ ਦੇ, ਕਿ ਇਹਨੂੰ ਵੀ ਹਾਇਰ ਸਟੱਡੀਜ਼ ਦੇ ਵਿੱਚ ਵੱਖਰੇ ਸਬਜੈਕਟ 'ਚ ਪੜ੍ਹਿਆ ਜਾਂਦਾ, ਬਟ ਤੁਹਾਨੂੰ ਜਸਟ ਇੱਕ ਓਵਰਵਿਊ ਦੱਸਿਆ ਹੋਇਆ ਕਿ ਇਹ ਚੀਜ਼ ਕੀ ਹੈ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ, ਕਹਿੰਦੇ ਜਦੋਂ ਆਪਾਂ ਨੇ ਨਾ ਅਨਾਟਮੀ ਬਾਰੇ ਪੜ੍ਹਨਾ, ਕਿ ਆਪਣਾ ਸਰੀਰ ਬਾਰੇ ਪੜ੍ਹਨਾ, ਤਾਂ ਆਪਾਂ ਕੁਝ ਟਰਮਸ ਯੂਜ਼ ਕਰਦੇ ਹਾਂ, ਕੁਝ ਵਰਡਸ ਯੂਜ਼ ਕਰਦੇ ਹਾਂ ਉਹਨੂੰ ਪੜ੍ਹਨ ਲਈ ਕਿ ਆਪਾਂ ਕਿਹੜੇ ਅੰਗ ਬਾਰੇ ਗੱਲ ਕਰ ਰਹੇ ਹਾਂ। ਅਗਲੇ ਵਾਲੇ ਬਾਰੇ ਗੱਲ ਕਰ ਰਹੇ ਹਾਂ ਕਿ ਪਿਛਲੇ ਬਾਰੇ ਗੱਲ ਕਰ ਰਹੇ ਹਾਂ, ਉੱਪਰ ਵਾਲੇ ਬਾਰੇ ਕਿ ਨੀਚੇ ਬਾਰੇ। ਤਾਂ ਉਹਦੇ ਲਈ ਕੁਝ ਟਰਮਸ ਯੂਜ਼ ਹੋਈਆਂ ਨੇ। ਜਦੋਂ ਆਪਾਂ ਅਨਾਟਮੀ ਦੇ ਵਿੱਚ ਪੜ੍ਹਦੇ ਹਾਂ ਤਾਂ ਇਹਨਾਂ ਟਰਮਸ ਦੇ ਰਾਹੀਂ ਹੀ ਹਰ ਇੱਕ ਅੰਗ ਨੂੰ ਡਿਫਾਈਨ ਕੀਤਾ ਜਾਂਦਾ, ਐਕਸਪਲੇਨ ਕੀਤਾ ਜਾਂਦਾ। ਠੀਕ ਹੈ। ਫੋਰ ਐਗਜ਼ਾਮਪਲ ਸਭ ਤੋਂ ਫਸਟ ਹੈਗਾ ਮੀਡੀਅਨ। ਇਹ ਦੇਖੋ ਆਪਾਂ ਇਸ ਨੈਕਸਟ ਪੋਜੀਸ਼ਨ ਦੇ ਵਿੱਚ ਦੇਖ ਸਕਦੇ ਹਾਂ, ਨੈਕਸਟ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ। ਇਹਨਾਂ ਨੇ ਦੇਖੋ ਇਹ ਜਿਹੜੀ ਪਿਕਚਰ ਹੈਗੀ ਹੈ, ਇਸ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ
ਸੁਪੀਰੀਅਰ ਇਨਫੀਰੀਅਰ ਦੇਖੋ, ਜੇ ਕਹਿੰਦੇ ਆਪਾਂ ਉੱਪਰ ਵਾਲੇ ਪਾਸੇ ਨੂੰ ਪੜ੍ਹ ਰਹੇ ਹਾਂ, ਕਰੇਨੀਅਲ ਮਤਲਬ ਬ੍ਰੇਨ ਵਾਲੇ ਪਾਸੇ ਨੂੰ ਪੜ੍ਹ ਰਹੇ ਹਾਂ, ਤਾਂ ਆਪਾਂ ਕਹਿ ਦਿੰਦੇ ਹਾਂ ਉਹਨੂੰ ਸੁਪੀਰੀਅਰ। ਜੇ ਆਪਾਂ ਸਰੀਰ ਦਾ ਕੋਈ ਵੀ ਹੇਠਲਾ ਹਿੱਸਾ ਪੜ੍ਹਨਾ ਹੈ, ਨੀਚੇ ਵਾਲਾ ਪੈਰਾਂ ਤੱਕ, ਤਾਂ ਉਹਨੂੰ ਕਹਿ ਦਿੰਦੇ ਹਾਂ ਆਪਾਂ ਇਨਫੀਰੀਅਰ। ਠੀਕ ਹੈ। ਇਸੇ ਤਰ੍ਹਾਂ ਦੇਖੋ, ਜੇ ਆਪਾਂ ਕੋਈ ਸੈਂਟਰ ਵਾਲਾ ਹਿੱਸਾ ਪੜ੍ਹਨਾ, ਇਹਨਾਂ ਨੇ ਲਿਖਿਆ ਵਾ ਮੀਡੀਅਲ। ਮੀਡੀਅਲ ਕਿੱਥੇ ਲਿਖਿਆ ਵਾ ਦੇਖੋ, ਇਹਨਾਂ ਨੇ ਬੋਡੀ ਦੇ ਸੈਂਟਰ ਦੇ ਵਿੱਚ, ਅਗਰ ਆਪਾਂ ਕੋਈ ਸੈਂਟਰ ਵਾਲਾ ਹਿੱਸਾ ਪੜ੍ਹਨਾ। ਅਤੇ ਉਸ ਤੋਂ ਬਾਅਦ ਅਗਰ ਆਪਾਂ ਕੋਈ ਸੈਂਟਰ ਤੋਂ ਪਰੇ ਵਾਲਾ ਹਿੱਸਾ ਪੜ੍ਹਨਾ ਹੈ ਤਾਂ ਉਹ ਲੇਟਰਲ ਹੋ ਜਾਂਦਾ। ਅਤੇ ਲੇਟਰਲ ਜਿਹੜਾ ਹੁੰਦਾ ਹੈ ਉਹ ਡਿਪੈਂਡ ਕਰਦਾ ਕਿ ਅਗਰ ਖੱਬੇ ਪਾਸੇ ਵਾਲਾ ਤਾਂ ਉਹ ਲੈਫਟ ਲੇਟਰਲ ਹੋ ਜਾਂਦਾ, ਜੇ ਸੱਜੇ ਪਾਸੇ ਵਾਲਾ ਤਾਂ ਉਹ ਰਾਈਟ ਲੇਟਰਲ ਹੋ ਜਾਂਦਾ। ਇਸੇ ਤਰ੍ਹਾਂ ਜੇ ਆਪਾਂ ਫੁੱਟ ਵਾਲਾ ਪਾਸਾ ਕੋਈ ਪੜ੍ਹਨਾ ਤਾਂ ਉਹਨੂੰ ਡੋਰਸਲ ਸਰਫੇਸ ਕਹਿ ਦਿੰਦੇ ਹਾਂ। ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਦੇਖੋ ਨੈਕਸਟ ਪਿਕਚਰ 'ਚ ਆ ਜਾਓ, ਜਿਹੜੀ ਸੈਕਿੰਡ ਪਿਕਚਰ ਹੈ, ਇਸ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਦੇਖੋ, ਅਗਰ ਆਪਾਂ ਨੇ ਆਪਣੀ ਬੋਡੀ ਦਾ ਅਗਲਾ ਹਿੱਸਾ ਕੋਈ ਪੜ੍ਹਨਾ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਹੈ ਐਂਟੀਰੀਅਰ। ਜੇ ਕੋਈ ਪਿਛਲਾ ਹਿੱਸਾ ਪੜ੍ਹਨਾ ਤਾਂ ਉਹਨੂੰ ਕਿਹਾ ਜਾਂਦਾ ਪੋਸਟੀਰੀਅਰ। ਇਸੇ ਤਰ੍ਹਾਂ ਸੇਮ ਅਗਰ ਆਪਾਂ ਨੇ ਜਿਹੜਾ ਦੇਖੋ ਮੂਹਰੇ ਇਹਨਾਂ ਨੇ ਇੱਕ ਹੋਰ ਚੀਜ਼ ਲਿਖੀ ਹੋਈ ਹੈ ਵੈਂਟਰਲ ਐਬਡੋਮੀਨਲ ਵਾਲ, ਅਗਰ ਮੂਹਰਲੇ ਵਾਲਾ ਹਿੱਸਾ ਪੜ੍ਹਨਾ ਤਾਂ ਉਹ ਵੈਂਟਰਲ ਹੋ ਜਾਊਗਾ, ਐਵੇਂ ਹੀ ਜੇ ਪਿਛਲੇ ਵਾਲਾ ਹਿੱਸਾ ਪੜ੍ਹਨਾ ਤਾਂ ਡੋਰਸਲ ਹੋ ਜਾਊਗਾ। ਮਤਲਬ ਇਹ ਦੋਨੋਂ ਇੱਕ ਦੂਜੇ ਦੇ ਅਪੋਜ਼ਿਟ ਚੱਲਦੇ ਆ। ਠੀਕ ਹੈ। ਉਸ ਤੋਂ ਬਾਅਦ ਦੇਖੋ ਇਹਨਾਂ ਨੇ ਪਲੇਨਸ ਵੀ ਦੱਸੇ ਹੋਏ ਨੇ ਕਿ ਕਿਹੜੇ ਕਿਹੜੇ ਪਲੇਨਸ ਦੇ ਵਿੱਚ ਆਪਾਂ ਹਿਊਮਨ ਬੋਡੀ ਨੂੰ ਸਟੱਡੀ ਕਰ ਸਕਦੇ ਹਾਂ। ਜਿਵੇਂ ਕਿ ਦੇਖੋ ਇਹਨਾਂ ਨੇ ਜਿਹੜਾ ਟਰਾਂਸਫਰਸ ਹੈ ਦੇਖੋ ਕਿਵੇਂ ਹੈ, ਅਗਰ ਆਪਾਂ ਉੱਪਰ ਅਤੇ ਨੀਚੇ ਵਾਲੀ ਬੋਡੀ ਨੂੰ ਹਿੱਸਿਆਂ ਦੇ ਵਿੱਚ ਵੰਡ ਦਈਏ। ਠੀਕ ਹੈ। ਇਸੇ ਤਰ੍ਹਾਂ ਜਿਹੜਾ ਕੋਰਨਲ ਪਲੇਨ ਹੈ ਕਿ ਅਗਰ ਆਪਾਂ ਬੋਡੀ ਨੂੰ ਅੱਗੇ ਅਤੇ ਪਿੱਛੇ ਪਾਸੇ ਅੱਧਾ ਅੱਧਾ ਵੰਡ ਦਈਏ। ਠੀਕ ਹੈ। ਇਸੇ ਤਰ੍ਹਾਂ ਜਿਹੜਾ ਸੈਜੀਟਲ ਹੈ, ਸੈਜੀਟਲ ਦਾ ਹੁੰਦਾ ਹੈ ਜਦੋਂ ਆਪਾਂ ਸੈਂਟਰ ਦੇ ਵਿੱਚੋਂ ਆਪਾਂ ਬੋਡੀ ਨੂੰ ਅੱਧਾ ਅੱਧਾ ਵੰਡ ਕੇ ਪੜ੍ਹੀਏ। ਠੀਕ ਹੈ। ਸਮਝ ਆ ਗਈ ਤੁਹਾਨੂੰ ਸਾਰਿਆਂ ਨੂੰ ਕਿ ਐਨਾਟਮੀਕਲ ਪੋਜੀਸ਼ਨਸ ਜਿਹੜੀਆਂ ਹੈਗੀਆਂ ਨੇ, ਇਸ ਦੇ ਅਕੋਰਡਿੰਗ ਫਿਰ ਅੱਗੇ ਜਦੋਂ ਐਨਾਟਮੀ ਦੇ ਵਿੱਚ ਜੇ ਕੋਈ ਪੜ੍ਹਨਾ ਹੁੰਦਾ ਹੈ ਨਾ, ਤਾਂ ਆਪਾਂ ਇਹਨਾਂ ਟਰਮਸ ਨੂੰ ਯੂਜ਼ ਕਰਕੇ ਹੀ ਪੜ੍ਹਦੇ ਹਾਂ। ਹੁਣ ਉਸ ਤੋਂ ਬਾਅਦ ਗੱਲ ਆ ਗਈ ਕਿ ਜਨਰਲ ਮੋਸ਼ਨ ਦੀ, ਕਿ ਜਦੋਂ ਜਿਹੜੇ ਆਪਣੇ ਸਰੀਰ ਦੇ ਅੰਗ ਨੇ ਕਿਸ ਤਰ੍ਹਾਂ ਘੁੰਮਦੇ ਨੇ, ਜਿਵੇਂ ਕਿ ਆਪਣੇ ਹੱਥ ਪੈਰ ਕਿਸ ਤਰ੍ਹਾਂ ਚੱਲਦੇ ਨੇ, ਕਿਹੜੀ ਉਹਨਾਂ ਦੀ ਮੂਵਮੈਂਟ ਹੁੰਦੀ ਹੈ, ਉਸ ਦੇ ਅਕੋਰਡਿੰਗ ਉਹਨਾਂ ਦੀ ਵੀ ਅਲੱਗ-ਅਲੱਗ ਟਰਮਸ ਨੇ। ਠੀਕ ਹੈ। ਫੋਰ ਐਗਜ਼ਾਮਪਲ ਦੇਖੋ, ਹੁਣ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਸਭ ਤੋਂ ਫਸਟ ਪਿਕਚਰ ਦੇ ਵਿੱਚ ਆ ਜਾਓ। ਦੇਖੋ ਸਭ ਤੋਂ ਫਸਟ ਪਿਕਚਰ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਦੇਖੋ ਐਡਕਸ਼ਨ ਐਬਡਕਸ਼ਨ। ਜੇ ਆਪਾਂ ਬਾਂਹ ਦੇਖੋ, ਜਿਹੜੀ ਲੜਕੀ ਨੇ ਬਾਂਹ ਹੈ ਜਿਹੜੀ ਆਪਣੀ ਖੋਲ੍ਹੀ ਹੋਈ ਹੈ, ਕਹਿੰਦੇ ਅਗਰ ਤਾਂ ਉਹ ਖੋਲ੍ਹ ਰਹੀ ਹੈ, ਸਰੀਰ ਤੋਂ ਦੂਰ ਲੈ ਕੇ ਜਾ ਰਹੀ ਹੈ ਤਾਂ ਉਹ ਹੈਗੀ ਐਬਡਕਸ਼ਨ। ਜੇ ਉਹ ਨੇੜੇ ਲੈ ਕੇ ਆ ਰਹੀ ਹੈ ਤਾਂ ਉਹ ਹੈਗੀ ਹੈ ਐਡਕਸ਼ਨ। ਇਸੇ ਤਰ੍ਹਾਂ ਹੁਣ ਜੇ ਇੱਧਰ ਵਾਲੀ ਬਾਂਹ ਦੇ ਵਿੱਚ ਦੇਖੋ, ਕਹਿੰਦੇ ਅਗਰ ਤਾਂ ਉਹ ਸਰੀਰ ਦੇ ਪਾਸੇ ਨੂੰ ਆਪਣੀ ਬਾਂਹ ਘੁਮਾਊਗੀ ਤਾਂ ਉਹ ਹੈਗੀ ਹੈ ਮੀਡੀਅਲ ਰੋਟੇਸ਼ਨ, ਜੇ ਸਰੀਰ ਤੋਂ ਦੂਰ ਘੁਮਾਊਗੀ ਤਾਂ ਉਹ ਹੈਗੀ ਹੈ ਲੇਟਰਲ ਰੋਟੇਸ਼ਨ। ਠੀਕ ਹੈ। ਸਮਝ ਆ ਗਈ। ਦੋ ਚੀਜ਼ਾਂ ਇਹਨਾਂ ਨੇ ਦੱਸੀਆਂ ਹੋਈਆਂ ਇਸ ਦੇ ਵਿੱਚ, ਐਬਡਕਸ਼ਨ ਐਡਕਸ਼ਨ ਅਤੇ ਲੇਟਰਲ ਰੋਟੇਸ਼ਨ ਅਤੇ ਮਿਡਲ ਰੋਟੇਸ਼ਨ। ਇਸੇ ਤਰ੍ਹਾਂ ਨੈਕਸਟ ਪਿਕਚਰ ਦੇ ਵਿੱਚ ਤੁਸੀਂ ਦੇਖੋ ਫਲੈਕਸ਼ਨ ਅਤੇ ਐਕਸਟੈਂਸ਼ਨ। ਫਲੈਕਸ਼ਨ ਦਾ ਮਤਲਬ ਕੀ ਹੁੰਦਾ? ਫਲੈਕਸ਼ਨ ਦਾ ਮਤਲਬ ਹੈ ਕਹਿੰਦੇ ਜਦੋਂ ਆਪਾਂ ਫਲੈਕਸ ਕਰ ਲੈਂਦੇ ਹਾਂ ਕਿਸੇ ਚੀਜ਼ ਨੂੰ ਆਪਣੀ ਬੋਡੀ ਦੇ ਵੱਲ ਲੈ ਕੇ ਆਉਣਾ, ਅਤੇ ਐਕਸਟੈਂਸ਼ਨ ਦਾ ਮਤਲਬ ਹੈ ਆਪਣੇ ਸਰੀਰ ਤੋਂ ਦੂਰ ਲੈ ਕੇ ਜਾਣਾ। ਠੀਕ ਹੈ। ਫਲੈਕਸ਼ਨ ਅਤੇ ਐਕਸਟੈਂਸ਼ਨ। ਇਸੇ ਤਰ੍ਹਾਂ ਨੈਕਸਟ ਪਿਕਚਰ 'ਚ ਐਲੀਵੇਸ਼ਨ ਅਤੇ ਡਿਪਰੈਸ਼ਨ। ਐਲੀਵੇਸ਼ਨ ਦਾ ਮਤਲਬ ਹੁੰਦਾ ਸਰੀਰ ਦਾ ਕੋਈ ਵੀ ਹਿੱਸਾ ਉੱਪਰ ਨੂੰ ਚੱਕਣਾ, ਡਿਪਰੈਸ਼ਨ ਦਾ ਮਤਲਬ ਹੁੰਦਾ ਥੱਲੇ ਵੱਲ ਨੂੰ ਲੈ ਕੇ ਆਉਣਾ। ਠੀਕ ਹੈ। ਇਸੇ ਤਰ੍ਹਾਂ ਦੇਖੋ ਇਹਨਾਂ ਨੇ ਨੈਕਸਟ ਸਿਰ ਦੀ ਐਗਜ਼ਾਮਪਲ ਦਿੱਤੀ ਹੋਈ ਹੈ ਪਿਕਚਰ ਦੇ ਵਿੱਚ, ਕਿ ਜੇ ਆਪਾਂ ਸਿਰ ਨੂੰ ਪਿੱਛੇ ਨੂੰ ਕਰ ਰਹੇ ਹਾਂ, ਖੋਲ੍ਹ ਰਹੇ ਹਾਂ, ਆਪਣੀ ਗਰਦਨ ਤੋਂ ਦੂਰ ਲੈ ਕੇ ਜਾ ਰਹੇ ਹਾਂ ਤਾਂ ਉਹ ਹੈਗੀ ਐਕਸਟੈਂਸ਼ਨ। ਜੇ ਆਪਾਂ ਆਪਣੇ ਸਰੀਰ ਦੇ ਨੇੜੇ ਲੈ ਕੇ ਆ ਰਹੇ ਹਾਂ ਤਾਂ ਉਹ ਹੈਗੀ ਹੈ ਫਲੈਕਸ਼ਨ। ਫਿਰ ਇਹਨਾਂ ਨੇ ਹੱਥਾਂ ਦੀ ਵੀ ਦੱਸੀ ਹੋਈ ਹੈ ਫਲੈਕਸ਼ਨ ਐਕਸਟੈਂਸ਼ਨ। ਠੀਕ ਹੈ। ਇਸੇ ਤਰ੍ਹਾਂ ਇਹਨਾਂ ਨੇ ਨੈਕਸਟ ਪਿਕਚਰ ਪ੍ਰੋਨੇਸ਼ਨ ਸੁਪੀਨੇਸ਼ਨ ਦੱਸਿਆ ਹੋਇਆ ਕਿ ਅਗਰ ਆਪਾਂ ਜਿਹੜਾ ਆਪਣਾ ਹੱਥ ਹੈ ਹਥੇਲੀ ਵੱਲ ਕਰ ਰਹੇ ਹਾਂ ਤਾਂ ਉਹ ਹੈਗੀ ਸੁਪੀਨੇਸ਼ਨ, ਜੇ ਪਿੱਛੇ ਨੂੰ ਕਰ ਰਹੇ ਹਾਂ ਤਾਂ ਉਹ ਹੈਗੀ ਹੈ ਪ੍ਰੋਨੇਸ਼ਨ। ਇਸੇ ਤਰ੍ਹਾਂ ਹੁਣ ਇਹਨਾਂ ਨੇ ਆਪਣੀ ਦੇਖੋ ਇੱਥੇ ਜੋ ਆਪਣੀ ਚਿੰਨ ਬੋਨ ਹੈ ਉਹਦੀ ਮੂਵਮੈਂਟ ਦੱਸੀ ਹੋਈ ਹੈ ਕਿ ਅਗਰ ਆਪਾਂ ਉਹਨੂੰ ਅੱਗੇ ਨੂੰ ਕਰ ਰਹੇ ਹਾਂ ਤਾਂ ਉਹ ਹੈਗੀ ਹੈ ਪ੍ਰੋਟਰੂਜਨ, ਜੇ ਉਹਨੂੰ ਪਿੱਛੇ ਨੂੰ ਕਰ ਰਹੇ ਹਾਂ ਤਾਂ ਉਹ ਹੈਗੀ ਹੈ ਰਿਟਰੂਜਨ। ਠੀਕ ਹੈ ਜੀ। ਤਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਮੂਵਮੈਂਟਸ ਨੇ। ਇਸੇ ਤਰ੍ਹਾਂ ਪੈਰ ਦੀ ਮੂਵਮੈਂਟ ਇਹਨਾਂ ਨੇ ਦੱਸੀ ਹੋਈ ਹੈ ਦੇਖੋ ਇਵਰਜਨ, ਜੇ ਆਪਾਂ ਬਾਹਰ ਨੂੰ ਕਰ ਰਹੇ ਹਾਂ, ਜੇ ਆਪਾਂ ਅੰਦਰ ਨੂੰ ਆਪਣੀ ਬੋਡੀ ਵੱਲ ਨੂੰ ਕਰ ਰਹੇ ਹਾਂ ਤਾਂ ਇਨਵਰਜਨ। ਜੇ ਆਪਾਂ ਆਪਣੇ ਪੈਰ ਨੂੰ ਉੱਪਰ ਨੂੰ ਕਰ ਰਹੇ ਹਾਂ ਤਾਂ ਡੋਰਸੀ ਫਲੈਕਸ਼ਨ, ਜੇ ਨੀਚੇ ਨੂੰ ਕਰ ਰਹੇ ਹਾਂ ਤਾਂ ਪਲੈਂਟਰ ਫਲੈਕਸ਼ਨ। ਤਾਂ ਇਹ ਸਾਰੀਆਂ ਟਰਮਸ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਐਨਾਟਮੀ ਬਾਰੇ ਪੜ੍ਹਦੇ ਹਾਂ। ਠੀਕ ਹੈ ਜੀ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਆਪਣੀ ਜਿਹੜੀ ਬੋਡੀ ਹੈਗੀ ਕਿਹੜੀ ਚੀਜ਼ਾਂ ਦੀ ਬਣੀ ਹੈ। ਆਪਾਂ ਨੇ ਪੜ੍ਹਨਾ ਤਾਂ ਇਹੀ ਹੈ ਨਾ ਕਿ ਹਿਊਮਨ ਬੋਡੀ ਪਾਰਟਸ ਬਾਰੇ ਪੜ੍ਹਨਾ ਆਪਾਂ ਨੇ। ਤਾਂ ਸਭ ਤੋਂ ਪਹਿਲਾਂ ਇਹ ਯਾਦ ਰੱਖਣਾ ਹੈ ਕਿ ਹਿਊਮਨ ਬੋਡੀ ਦੇ ਵਿੱਚ ਸਭ ਤੋਂ ਬੇਸਿਕ ਯੂਨਿਟ ਕੀ ਹੈ? ਸੈੱਲ। ਮੈਨੂੰ ਪਤਾ ਹੈ ਤੁਹਾਨੂੰ ਇਹ ਸਾਰਿਆਂ ਨੇ ਦੱਸਿਆ ਹੋਊਗਾ, ਤੁਹਾਡੇ ਜਿਹੜੇ ਸਾਇੰਸ ਟੀਚਰਸ ਨੇ ਤੁਹਾਡੇ ਛੋਟੀ ਕਲਾਸਾਂ ਤੋਂ ਤੁਹਾਨੂੰ ਇਹ ਚੀਜ਼ਾਂ ਪੜ੍ਹਾ ਰਹੇ ਨੇ, ਅਤੇ ਤੁਹਾਨੂੰ ਇਹ ਚੀਜ਼ ਜ਼ਰੂਰ ਪਤਾ ਹੋਊਗੀ ਕਿ ਜਿਹੜਾ ਸੈੱਲ ਹੁੰਦਾ ਨਾ ਆਪਣਾ ਉਹ ਬੇਸਿਕ ਯੂਨਿਟ ਹੁੰਦਾ। ਠੀਕ ਹੈ। ਤਾਂ ਸੈੱਲ ਤੋਂ ਮਿਲ ਕੇ ਸਭ ਤੋਂ ਪਹਿਲਾਂ ਹੈਗਾ ਸੈੱਲ, ਫਿਰ ਸੈੱਲ ਇਕੱਠੇ ਹੋ ਕੇ ਇੰਨੇ ਸਾਰੇ ਤਾਂ ਉਹ ਕੀ ਬਣਾਉਂਦੇ ਨੇ ਟਿਸ਼ੂਜ਼, ਫਿਰ ਟਿਸ਼ੂਜ਼ ਇਕੱਠੇ ਹੋ ਕੇ ਇੱਕ ਅੰਗ ਬਣਾਉਂਦੇ ਨੇ ਔਰਗਨ, ਫਿਰ ਉਸ ਤੋਂ ਬਾਅਦ ਔਰਗਨ ਇਕੱਠੇ ਹੋ ਕੇ ਕਾਫੀ ਸਾਰੇ ਇੱਕ ਔਰਗਨ ਸਿਸਟਮ ਬਣਾਉਂਦੇ ਨੇ, ਇੱਕ ਅੰਗ ਪ੍ਰਣਾਲੀ ਬਣਾਉਂਦੇ ਨੇ।
ठीक है। ਤੁਸੀਂ ਦੇਖੋ ਇਹ ਪਿਕਚਰ ਤੁਹਾਨੂੰ ਪਤਾ ਹੋਵੇਗੀ, ਇਹ ਤੁਸੀਂ ਜ਼ਰੂਰ ਦੇਖੀ ਹੋਏਗੀ ਪਿਕਚਰ ਆਪਣੀ ਸਾਇੰਸ ਦੀਆਂ ਬੁੱਕਸ ਦੇ ਵਿੱਚ ਕਿ ਇੱਕ ਜਿਹੜਾ ਸੈੱਲ ਹੁੰਦਾ ਉਹ ਕਿਹੜੀ ਕਿਹੜੀ ਚੀਜ਼ ਦਾ ਬਣਿਆ ਹੁੰਦਾ, ਠੀਕ ਹੈ ਨਾ। ਇਸ ਦੇ ਵਿੱਚ ਦੇਖੋ ਇਹਨਾਂ ਨੇ ਲਿਖਿਆ ਹੋਇਆ ਮਾਈਟੋਕੌਂਡਰੀਆ, ਲਾਈਸੋਸੋਮ, ਨਿਊਕਲੀਓਲਸ, ਰਾਈਬੋਸੋਮਸ, ਸਾਈਟੋਪਲਾਜ਼ਮ, ਨਿਊਕਲੀਅਰ ਮੈਮਬ੍ਰੇਨ, ਨਿਊਕਲੀਅਸ, ਗੋਲਜੀ ਆਪਰੇਟਸ, ਸੈਲ ਮੈਮਬ੍ਰੇਨ, ਸੈਂਟਰੀਓਲਸ, ਐਂਡੋਪਲਾਜ਼ਮਿਕ ਰੈਟੀਕੂਲਮ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਅਤੇ ਇਹਨਾਂ ਦੇ ਸਭ ਦੇ ਵੱਖਰੇ ਵੱਖਰੇ ਫੰਕਸ਼ਨ ਹੁੰਦੇ ਨੇ। ਬਟ ਮੈਂ ਇਹਨਾਂ ਨੂੰ ਇੰਨਾ ਜ਼ਿਆਦਾ ਐਕਸਪਲੇਨ 'ਚ ਨਹੀਂ ਪੜ੍ਹਾ ਸਕਦੀ ਹੈਗੀ, ਇਹ ਤੁਸੀਂ ਜ਼ਰੂਰ ਸਾਇੰਸ ਦੇ ਵਿੱਚ ਪੜ੍ਹਿਆ ਹੋਏਗਾ, ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਕਿ ਫੰਕਸ਼ਨਸ ਕੀ ਹੁੰਦੇ ਨੇ ਸੈੱਲ ਦੇ। ਦੇਖੋ ਜਿਹੜਾ ਸੈੱਲ ਹੁੰਦਾ ਹੈ ਨਾ, ਸੈੱਲ ਦੇ ਵੱਖਰੇ ਵੱਖਰੇ ਫੰਕਸ਼ਨ ਹੁੰਦੇ ਨੇ, ਕੀ ਕੰਮ ਕਰਦਾ ਉਹ, ਠੀਕ ਹੈ। ਅਤੇ ਸਭ ਤੋਂ ਪਹਿਲਾਂ ਇਹਨਾਂ ਨੇ ਦੱਸਿਆ ਹੋਇਆ ਕਿ ਰੈਸਪੀਰੇਸ਼ਨ ਦਾ ਕੰਮ ਹੁੰਦਾ ਹੈ। ਅਗਰ ਰੈਸਪੀਰੇਸ਼ਨ ਸਿਸਟਮ ਦੇ ਵਿੱਚ ਜਿਹੜੇ ਸੈੱਲਸ ਨੇ ਉਹਨਾਂ ਦਾ ਕੰਮ ਹੁੰਦਾ ਰੈਸਪੀਰੇਸ਼ਨ ਦਾ, ਜਿਸ ਦੇ ਵਿੱਚ ਉਹ ਕੀ ਕਰਦੇ ਨੇ, ਆਕਸੀਜਨ ਡਿਲੀਵਰ ਕਰਦੇ ਨੇ ਆਪਣੇ ਬਲੱਡ ਦੇ ਵਿੱਚ ਅਤੇ ਆਪਣੀ ਸਾਰੀ ਬੋਡੀ ਦੇ ਵਿੱਚ, ਠੀਕ ਹੈ। ਨੈਕਸਟ ਆ ਜਾਂਦਾ ਇੰਜੈਸ਼ਨ ਅਤੇ ਅਸੀਮੀਲੇਸ਼ਨ। ਜਿਹੜੇ ਡਾਈਜੈਸਟਿਵ ਸਿਸਟਮ ਦੇ ਸੈੱਲਸ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਕਿ ਜੋ ਆਪਾਂ ਖਾਣਾ ਖਾ ਰਹੇ ਹਾਂ ਉਹਨੂੰ ਪਚਾਉਣਾ, ਉਸ ਦੇ ਵਿੱਚ ਜਿਹੜੇ ਨਿਊਟਰੀਐਂਟ ਪ੍ਰੋਡਕਟਸ ਨੇ ਉਹਨਾਂ ਨੂੰ ਐਬਜ਼ੋਰਬ ਕਰਨਾ। ਗਰੋਥ ਐਂਡ ਰਿਪੇਅਰ ਕਿਹੜੇ ਸੈੱਲਾਂ ਦਾ ਕੰਮ ਹੁੰਦਾ, ਜਿਹੜੇ ਕਿ ਮਸਲਸ ਦੇ ਜਿਹੜੇ ਸੈੱਲ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਕਿ ਗਰੋ ਕਰਨਾ, ਜਿਵੇਂ ਜਿਵੇਂ ਆਪਣੀ ਏਜ ਵੱਧਦੀ, ਜਿਵੇਂ ਜਿਵੇਂ ਬੱਚਾ ਜਿਹੜਾ ਵੱਡਾ ਹੁੰਦਾ, ਦੇਖਿਆ ਨਾ ਉਹਨਾਂ ਦੀ ਗਰੋਥ ਹੁੰਦੀ ਹੈ ਉਹਨਾਂ ਦੀ ਬੋਡੀ ਦੀ, ਅਤੇ ਐਵੇਂ ਹੀ ਜਿਹੜੇ ਟੁੱਟੇ ਭੱਜੇ ਸੈੱਲਸ ਹੁੰਦੇ ਨੇ ਉਹਨਾਂ ਦੀ ਰਿਪੇਅਰ ਕਰਨਾ, ਇਹਨਾਂ ਦਾ ਵੀ ਇਹ ਵੀ ਕੰਮ ਜਿਹੜਾ ਹੈਗਾ ਸੈੱਲਾਂ ਦਾ ਹੁੰਦਾ ਵੱਖਰੇ ਵੱਖਰੇ। ਉਸ ਤੋਂ ਬਾਅਦ ਕੋਈ ਐਕਸਕ੍ਰੀਟਰੀ ਸਿਸਟਮ ਦੇ ਜਿਹੜੇ ਸੈੱਲ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਐਕਸਕ੍ਰੀਸ਼ਨ ਕਰਨਾ, ਜਿਵੇਂ ਕਿ ਕਿਡਨੀ ਦੇ, ਠੀਕ ਹੈ। ਯੂਰੀਨਰੀ ਸਿਸਟਮ ਦੇ, ਉਹਨਾਂ ਦਾ ਮਤਲਬ ਕੀ ਹੈ ਕਿ ਜੋ ਵੇਸਟ ਪ੍ਰੋਡਕਟ ਹੈ ਆਪਣੀ ਬੋਡੀ ਦੇ ਵਿੱਚ ਉਹਨੂੰ ਬਾਹਰ ਕੱਢਣਾ ਥਰੂ ਯੂਰੀਨ। ਇਸੇ ਤਰ੍ਹਾਂ ਨੈਕਸਟ ਹੈਗਾ ਇਰੀਟੇਬਿਲਿਟੀ ਐਂਡ ਐਕਟੀਵਿਟੀ। ਕੋਈ ਵੀ ਸਟੀਮੂਲਾਈ ਨੂੰ ਰਿਸਪੌਂਡ ਕਰਨਾ, ਕੋਈ ਬਾਹਰੋਂ ਆਪਾਂ ਨੂੰ ਕੋਈ ਸਟੀਮੂਲਾਈ ਮਿਲੀ ਹੈ ਉਹਦੇ ਲਈ ਰਿਸਪੌਂਡ ਕਰਨਾ, ਉਹ ਕੰਮ ਕਿਹੜੇ ਸੈੱਲਸ ਦਾ ਹੁੰਦਾ, ਜਿਹੜੇ ਇਰੀਟੇਬਿਲਿਟੀ ਅਤੇ ਐਕਟੀਵਿਟੀ ਵਾਲੇ ਸੈੱਲਸ ਹੁੰਦੇ ਨੇ। ਐਵੇਂ ਹੀ ਮੈਟਾਬੋਲਿਜ਼ਮ ਕਈ ਸੈੱਲਾਂ ਦਾ ਕੰਮ ਹੈ। ਮੈਟਾਬੋਲਿਜ਼ਮ ਦਾ ਮਤਲਬ ਹੁੰਦਾ ਕਿ ਜੋ ਵੀ ਆਪਣੇ ਸਰੀਰ ਦੇ ਵਿੱਚ ਜੋ ਆਪਾਂ ਖਾਇਆ ਹੈ ਉਹਨਾਂ ਨੂੰ ਤੋੜਨਾ, ਉਹਨਾਂ ਨੂੰ ਅਬਜ਼ੋਰਬ ਕਰਨਾ। ਰੀਪਰੋਡਕਟਿਵ ਸੈੱਲਸ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਮ ਕੀ ਹੁੰਦਾ ਕਿ ਆਪਣੇ ਇੱਕ ਹਿਊਮਨ ਬੋਡੀ ਦੇ ਵਿੱਚੋਂ ਨੈਕਸਟ ਹਿਊਮਨ ਬੋਡੀ ਜਿਹੜੀ ਹੈਗੀ ਹੈ ਪੈਦਾ ਕਰਨਾ, ਠੀਕ ਹੈ, ਉਹਨੂੰ ਆਪਾਂ ਰੀਪਰੋਡਕਟਿਵ ਸੈੱਲ ਕਹਿ ਦਿੰਦੇ ਹਾਂ। ਹੁਣ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਟਿਸ਼ੂਜ਼ ਦੀ। ਫਿਰ ਸੈੱਲਸ ਹੋ ਗਏ ਨਾ, ਹੁਣ ਸੈੱਲਸ ਤੋਂ ਮਿਲ ਕੇ ਕੀ ਬਣਿਆ ਫਿਰ ਟਿਸ਼ੂਜ਼। ਇਹਦੇ ਜਿਹੜੇ ਟਿਸ਼ੂਜ਼ ਹੁੰਦੇ ਨੇ ਨਾ ਮੇਨਲੀ 4 ਟਾਈਪਸ ਦੇ ਹੁੰਦੇ ਨੇ, ਐਪੀਥੀਲੀਅਲ, ਕਨੈਕਟਿਵ, ਨਰਵਸ ਅਤੇ ਮਸਲ, ਠੀਕ ਹੈ। ਦੇਖੋ ਇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਐਪੀਥੀਲੀਅਲ, ਕਨੈਕਟਿਵ, ਮਸਕੂਲਰ, ਨਰਵਸ, ਅਤੇ ਇਹਨਾਂ ਦੇ ਕੀ ਫੰਕਸ਼ਨ ਹੁੰਦੇ ਨੇ, ਇਹਨਾਂ ਦੇ ਐਗਜ਼ਾਮਪਲ ਕੀ ਹੈ। ਸਭ ਤੋਂ ਪਹਿਲਾਂ ਤਾਂ ਦੇਖੋ ਐਪੀਥੀਲੀਅਲ ਹੈ ਨਾ ਜਿਹੜਾ, ਉਹ ਟਿਸ਼ੂ ਕਿੱਥੇ ਹੁੰਦਾ, ਆਪਣੀ ਚਮੜੀ ਦੇ ਵਿੱਚ, ਆਪਣੀ ਸਕਿਨ ਦੇ ਉੱਪਰ। ਤਾਂ ਇਸ ਦਾ ਕੰਮ ਕੀ ਹੁੰਦਾ, ਪ੍ਰੋਟੈਕਸ਼ਨ ਕਰਨਾ। ਕਾਹਦੇ ਤੋਂ ਪ੍ਰੋਟੈਕਸ਼ਨ ਕਰਨਾ, ਜੇ ਕੋਈ ਵੀ ਕੀਟਾਣੂ ਅੰਦਰ ਐਂਟਰ ਕਰਨਾ ਚਾਹੁੰਦਾ ਆਪਣੀ ਬੋਡੀ ਦੇ ਵਿੱਚ ਤਾਂ ਇਹ ਸਭ ਤੋਂ ਪਹਿਲਾ ਬੈਰੀਅਰ ਹੈ ਜੋ ਮਿਲੂਗਾ ਆਪਣੀ ਬੋਡੀ ਦਾ, ਠੀਕ ਹੈ। ਨੈਕਸਟ ਹੁੰਦੇ ਨੇ ਕਨੈਕਟਿਵ ਟਿਸ਼ੂਜ਼। ਕਨੈਕਟਿਵ ਟਿਸ਼ੂਜ਼ ਕਿਹੜੇ ਹੁੰਦੇ ਨੇ, ਜਿਹੜੇ ਬੋਨਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਇਹਨਾਂ ਦਾ ਕੰਮ ਕੀ ਆ, ਓਬਵੀਅਸਲੀ ਬੋਨਸ ਦਾ ਕੰਮ ਕੀ ਹੈ, ਸਪੋਰਟ ਦੇਣਾ ਆਪਣੇ ਅੰਗਾਂ ਨੂੰ, ਆਪਣੇ ਸਰੀਰ ਨੂੰ। ਅਤੇ ਐਵੇਂ ਹੀ ਥਰਡ ਹੈਗਾ ਮਸਕੂਲਰ ਟਿਸ਼ੂ ਕੀ ਹੁੰਦੇ ਨੇ, ਜਿਹੜੇ ਸਕੈਲਟਲ ਸਿਸਟਮ ਦੇ ਵਿੱਚ ਹੁੰਦੇ ਨੇ, ਆਪਣੇ ਮਾਸਪੇਸ਼ੀਆਂ। ਅਤੇ ਇਹਨਾਂ ਦਾ ਕੰਮ ਕੀ ਹੈ, ਮੂਵਮੈਂਟ ਕਰਨਾ ਆਪਣੇ ਹੱਥਾਂ ਬਾਹਾਂ ਨਾਲ, ਜੋ ਵੀ ਆਪਾਂ ਕੰਮ ਕਰਦੇ ਹਾਂ ਨਾ, ਤੁਰਦੇ ਹਾਂ, ਲਿਖਦੇ ਹਾਂ। ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਲਾਸਟ ਕਿਹੜਾ, ਨਰਵਸ ਟਿਸ਼ੂ। ਨਰਵਸ ਟਿਸ਼ੂ ਕਿੱਥੇ ਪਾਇਆ ਜਾਂਦਾ, ਬ੍ਰੇਨ ਦੇ ਵਿੱਚ। ਇਹਦਾ ਕੰਮ ਕੀ ਹੁੰਦਾ, ਕਮਿਊਨੀਕੇਸ਼ਨ ਕਰਨਾ, ਸੰਚਾਰ ਕਰਨਾ। ਆਪਣੇ ਸਰੀਰ ਦੇ ਨਾੜੀ ਤੰਤਰ ਜਿਹੜਾ ਫੈਲਿਆ ਹੋਇਆ ਆਪਣੇ ਸਰੀਰ ਦੇ ਵਿੱਚ, ਉਹਦੇ ਪੂਰੇ ਦੇ ਨਾਲ ਕਮਿਊਨੀਕੇਸ਼ਨ ਕਰਨਾ, ਠੀਕ ਹੈ ਜੀ। ਇਹ ਸਾਰੇ ਹੈਗੇ ਟਿਸ਼ੂਜ਼ ਦੇ ਕੰਮ। ਹੁਣ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਸੈੱਲਸ ਹੋ ਗਏ, ਟਿਸ਼ੂਜ਼ ਹੋ ਗਏ। ਟਿਸ਼ੂਜ਼ ਤੋਂ ਮਿਲ ਕੇ ਫਿਰ ਅੱਗੇ ਔਰਗਨਸ ਬਣਦੇ ਨੇ, ਜਿਹੜੇ ਔਰਗਨਸ ਅੱਗੇ ਸਿਸਟਮਸ ਬਣਾਉਂਦੇ ਨੇ। ਤਾਂ ਕਿਹੜੇ ਕਿਹੜੇ ਸਿਸਟਮਸ ਹੁੰਦੇ ਨੇ, ਸਭ ਤੋਂ ਪਹਿਲਾਂ ਦੇਖੋ ਇਹਨਾਂ ਨੇ ਕਿਹਾ ਕਾਰਡੀਓਵੈਸਕੂਲਰ ਸਿਸਟਮ, ਜੋ ਆਪਣੇ ਦਿਲ ਪ੍ਰਣਾਲੀ ਹੈ, ਆਪਣਾ ਦਿਲ ਦਾ ਜਿਹੜਾ ਕੰਮ ਹੈਗਾ ਉਹ ਕਾਰਡੀਓਵੈਸਕੂਲਰ ਸਿਸਟਮ। ਰੈਸਪੀਰੇਟਰੀ ਸਿਸਟਮ, ਜੋ ਸਾਹ ਘੀਰੇ ਨਾਲ ਸੰਬੰਧਿਤ ਹੈ, ਆਪਣਾ ਸਾਹ ਆਪਾਂ ਲੈਂਦੇ ਹਾਂ, ਆਕਸੀਜਨ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਛੱਡਦੇ ਹਾਂ। ਨੈਕਸਟ ਡਾਈਜੈਸਟਿਵ ਸਿਸਟਮ, ਜੋ ਕਿ ਆਪਣੀ ਪਾਚਨ ਪ੍ਰਣਾਲੀ, ਆਪਣੇ ਭੋਜਨ ਖਾਣ ਪਚਾਉਣ ਦੇ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਅਗਲੀ ਹੈ ਮਸਕੂਲਰ ਸਿਸਟਮ। ਮਸਕੂਲਰ ਸਿਸਟਮ ਕੀ ਹੁੰਦਾ, ਜਿਸ ਦੇ ਵਿੱਚ ਆਪਾਂ ਮਾਸਪੇਸ਼ੀਆਂ ਬਾਰੇ ਪੜ੍ਹਦੇ ਹਾਂ, ਮਾਸਪੇਸ਼ੀਆਂ ਵਾਲਾ ਜਿਹੜਾ ਸਿਸਟਮ ਹੈ। ਐਵੇਂ ਹੀ ਨਰਵਸ ਸਿਸਟਮ, ਜੋ ਕਿ ਆਪਣੀ ਨਾੜੀ ਤੰਤਰ ਪ੍ਰਣਾਲੀ ਹੈ, ਬ੍ਰੇਨ ਤੋਂ ਫੈਲੀ ਹੋਈ ਹੈ। ਉਸ ਤੋਂ ਬਾਅਦ ਨੈਕਸਟ ਹੈ ਯੂਰੀਨਰੀ ਸਿਸਟਮ। ਯੂਰੀਨਰੀ ਸਿਸਟਮ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਕਿ ਸਿਸਟਮ ਆਪਣੇ ਸਰੀਰ ਦੇ ਵਿੱਚ ਵੇਸਟ ਪ੍ਰੋਡਕਟਸ ਬਾਹਰ ਕੱਢਣ ਲਈ ਰਿਸਪੋਂਸੀਬਲ ਹੈ। ਐਵੇਂ ਇੰਟੈਗੂਮੈਂਟਰੀ ਸਿਸਟਮ, ਜੋ ਕਿ ਚਮੜੀ ਵਾਲੀ ਜਿਹੜੀ ਪ੍ਰਣਾਲੀ ਹੈ ਆਪਣੀ, ਕਿ ਚਮੜੀ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿਸ ਤਰ੍ਹਾਂ ਆਪਾਂ ਨੂੰ ਕੀਟਾਣੂਆਂ ਤੋਂ ਬਚਾਉਂਦੀ ਹੈ, ਠੀਕ ਹੈ। ਨੈਕਸਟ ਹੈਗੀ ਹੈ ਸੈਂਸਰੀ ਸਿਸਟਮ ਦਾ ਮਤਲਬ ਹੁੰਦਾ, ਆਪਾਂ ਯਾਦ ਹੈ ਆਪਾਂ ਜਦੋਂ ਛੋਟੇ ਹੁੰਦੇ ਤੋਂ ਪੜ੍ਹਦੇ ਹਾਂ ਕਿ 5 ਸੈਂਸਿਸ ਕਿਹੜੀਆਂ ਨੇ, ਠੀਕ ਹੈ ਨਾ, ਆਈਜ਼, ਨੋਜ਼, ਟੰਗ, ਠੀਕ ਹੈ, ਈਅਰ, ਸਕਿਨ। ਤਾਂ ਉਹਨਾਂ ਬਾਰੇ ਪੜ੍ਹਨਾ, ਜਿਹੜੇ ਆਪਣਾ ਸੈਂਸਰੀ ਸਿਸਟਮ ਹੈ, ਆਪਣੇ ਸੈਂਸਿਸ ਬਾਰੇ ਪੜ੍ਹਨਾ, ਉਹਨੂੰ ਕਹਿੰਦੇ ਨੇ ਸੈਂਸਰੀ ਸਿਸਟਮ। ਨੈਕਸਟ ਹੈਗਾ ਰੀਪਰੋਡਕਟਿਵ ਸਿਸਟਮ, ਜਿਹਦੇ ਵਿੱਚ ਆਪਾਂ ਪੜ੍ਹਦੇ ਹਾਂ ਰੀਪਰੋਡਕਸ਼ਨ ਬਾਰੇ, ਕਿ ਕਿੱਦਾਂ ਇੱਕ ਹਿਊਮਨ ਬੋਡੀ ਤੋਂ ਦੂਜੀ ਹਿਊਮਨ ਬੋਡੀ ਬਣਦੀ ਹੈ। ਨੈਕਸਟ ਹੈ ਐਂਡੋਕਰਾਈਨ ਸਿਸਟਮ ਦੇ ਵਿੱਚ ਆਪਾਂ ਪੜ੍ਹਦੇ ਹਾਂ ਆਪਣੇ ਹਾਰਮੋਨਸ ਬਾਰੇ, ਜੋ ਵੀ ਆਪਣੇ ਸਰੀਰ ਦੇ ਵਿੱਚ ਹਾਰਮੋਨਸ ਹੁੰਦੇ ਨੇ ਉਹਨਾਂ ਬਾਰੇ ਪੜ੍ਹਨਾ। ਇਮਿਊਨ ਸਿਸਟਮ ਹੁੰਦਾ ਹੈ ਲਾਸਟ, ਕਿ
ਆਪਣੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਕਿੰਨੀ ਕੁ ਸ਼ਕਤੀ ਹੈ ਉਹਦੇ ਬਾਰੇ ਪੜ੍ਹਨਾ, ਠੀਕ ਹੈ। ਜੋ ਆਪਣਾ ਸਿਸਟਮ ਇਮਿਊਨ ਸਿਸਟਮ ਹੈ ਕਿੱਦਾਂ ਕੰਮ ਕਰਦਾ, ਬੀ ਸੈਲਸ, ਟੀ ਸੈਲਸ, ਵਾਈਟ ਬਲੱਡ ਸੈਲਸ, ਇਹ ਸਾਰੀਆਂ ਚੀਜ਼ਾਂ ਬਾਰੇ ਪੜ੍ਹਨਾ, ਉਹਨੂੰ ਕੀ ਕਹਿੰਦੇ ਆਪਾਂ, ਇਮਿਊਨ ਸਿਸਟਮ, ਠੀਕ ਹੈ ਜੀ। ਇਹ ਸਾਰੇ ਸਿਸਟਮਸ ਨੇ, ਤੁਸੀਂ ਯਾਦ ਰੱਖਣੇ ਕਿ ਆਪਣੀ ਬਾਡੀ ਦੇ ਵਿੱਚ ਇੰਨੇ ਸਿਸਟਮਸ ਨੇ। ਹੁਣ ਅਗਲੀ ਗੱਲ ਆ ਜਾਂਦੀ ਹੈ ਸਭ ਤੋਂ ਪਹਿਲਾਂ ਕਿ ਕਾਰਡੀਓਵੈਸਕੂਲਰ ਸਿਸਟਮ। ਜਿਵੇਂ ਆਪਾਂ ਜਿਹੜਾ ਆਪਾਂ ਸਿਸਟਮਸ ਪੜ੍ਹ ਕੇ ਹਟੇ ਨਾ, ਥੋੜ੍ਹਾ ਬਰੀਫ ਦੇ ਵਿੱਚ ਐਕਸਪਲੇਨ ਕਰੀਏ ਕਿ ਕਾਰਡੀਓਵੈਸਕੂਲਰ ਸਿਸਟਮ ਹੈ। ਦੇਖੋ ਇਸਦੇ ਵਿੱਚ ਮੇਨ ਜਿਹੜੀ ਚੀਜ਼ ਹੈ ਇਹਦੀ ਕੀ ਹੈ, ਹਾਰਟ ਕਹਿੰਦੇ ਇੱਕ ਪੰਪਿੰਗ ਔਰਗਨ ਹੈ ਜੋ ਕਿ ਸਾਰੇ ਸਰੀਰ ਨੂੰ ਜਿਹੜਾ ਬਲੱਡ ਸਰਕੂਲੇਟ ਕਰਦਾ, ਇਹਦਾ ਮੇਨ ਕੰਮ ਬਲੱਡ ਸਰਕੂਲੇਸ਼ਨ ਦਾ ਹੈ, ਠੀਕ ਹੈ। ਅਤੇ ਜਿਹੜਾ ਇਹ ਹਾਰਟ ਹੈ ਇਹ ਕਿੱਥੇ ਹੁੰਦਾ ਹੈ, ਆਪਣੀ ਚੈਸਟ ਵਿੱਚ ਹੁੰਦਾ ਹੈ, ਠੀਕ ਹੈ, ਦੋਨੋਂ ਲੰਗਸ ਦੇ ਵਿਚਕਾਰ ਹੁੰਦਾ ਹੈ, ਠੀਕ ਹੈ। ਅਤੇ ਜਿਹੜਾ ਇਹ ਹਾਰਟ ਹੈ ਇਹ 250 ਤੋਂ 350 ਗ੍ਰਾਮ ਇਹਦਾ ਵਜ਼ਨ ਹੋ ਸਕਦਾ। ਅਤੇ ਇਹ ਮੰਨਿਆ ਜਾਂਦਾ ਹੈ ਕਿ ਜੋ ਇੱਕ ਇਨਸਾਨ ਦੀ ਜਿੰਨੀ ਕੁ ਮੁੱਠੀ ਹੁੰਦੀ ਹੈ, ਮੁੱਠੀ ਦਾ ਸਾਈਜ਼ ਹੁੰਦਾ, ਓਨਾ ਕੁ ਇੱਕ ਹਾਰਟ ਦਾ ਸਾਈਜ਼ ਹੁੰਦਾ, ਠੀਕ ਹੈ। ਅਤੇ ਜਿਹੜਾ ਹਾਰਟ ਹੈ ਉਸ ਦੇ ਵਿੱਚ 4 ਚੈਂਬਰਸ ਹੁੰਦੇ ਨੇ, 2 ਔਰੀਕਲਸ ਅਤੇ 2 ਵੈਂਟਰੀਕਲਸ, ਠੀਕ ਹੈ। ਜਿਹਦੇ ਵਿੱਚ ਜਿਹੜੇ ਔਰੀਕਲਸ ਅਤੇ ਵੈਂਟਰੀਕਲਸ ਨੇ ਅੱਗੇ ਲੈਫਟ ਵੈਂਟਰੀਕਲ, ਲੈਫਟ ਔਰੀਕਲ, ਰਾਈਟ ਵੈਂਟਰੀਕਲ, ਰਾਈਟ ਔਰੀਕਲ ਦੇ ਵਿੱਚ ਵੰਡੇ ਹੋਏ ਨੇ, ਠੀਕ ਹੈ। ਦੇਖੋ ਜਿਵੇਂ ਆਪਾਂ ਨੈਕਸਟ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ। ਦੇਖੋ ਜਿਹੜੀ ਇਹਨਾਂ ਨੇ ਉੱਪਰ ਪਿਕਚਰ ਦਿਖਾਈ ਹੋਈ ਹੈ, ਇਸ ਦੇ ਵਿੱਚ ਇਹਨਾਂ ਨੇ ਦਿਖਾਇਆ ਹੋਇਆ ਕਿ ਇਸ ਦੇ ਵਿੱਚ ਦੇਖੋ ਜਿਹੜਾ ਹਾਰਟ ਹੈ ਉਹ ਲੰਗਸ ਦੇ ਵਿਚਕਾਰ ਪਲੇਸ ਹੋਇਆ ਵਾ, ਠੀਕ ਹੈ। ਇਸੇ ਤਰ੍ਹਾਂ ਜਿਹੜੀ ਨੀਚੇ ਵਾਲੀ ਪਿਕਚਰ ਹੈ ਇਸ ਦੇ ਵਿੱਚ ਇਹਨਾਂ ਨੇ ਸਾਰਾ ਦੱਸਿਆ ਹੋਇਆ ਕਿ ਕਿਹੜੇ ਚੈਂਬਰਸ ਨੇ, ਅਤੇ ਇਹ ਜਿਹੜੇ ਚੈਂਬਰਸ ਨੇ ਇਹਨਾਂ ਦੇ ਵਿੱਚ, ਇਹਨਾਂ ਦੇ ਆਲੇ ਦੁਆਲੇ ਕਿਹੜੀਆਂ ਕਿਹੜੀਆਂ ਆਰਟਰੀਜ਼ ਅਤੇ ਵੇਨਸ ਨੇ ਜੋ ਕਿ ਬਲੱਡ ਸਰਕੂਲੇਸ਼ਨ ਦੇ ਵਿੱਚ ਕੰਮ ਕਰਦੀਆਂ ਨੇ, ਠੀਕ ਹੈ। ਨੈਕਸਟ ਹੈਗਾ, ਹੁਣ ਅਗਲੀ ਗੱਲ ਆ ਜਾਂਦੀ ਹੈ ਰੈਸਪੀਰੇਟਰੀ ਸਿਸਟਮ ਦੀ। ਰੈਸਪੀਰੇਟਰੀ ਸਿਸਟਮ ਹੈ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟੀ ਕਿ ਸਾਹ ਕਿਰਿਆ ਨਾਲ ਸੰਬੰਧਿਤ ਹੈ, ਠੀਕ ਹੈ ਨਾ। ਇਸ ਦਾ ਮੇਨ ਕੰਮ ਜਿਹੜਾ ਹੁੰਦਾ ਹੈ ਕਿ ਆਕਸੀਜਨ ਨੂੰ ਲੈਣਾ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ। ਇਹਦਾ ਜਿਹੜਾ ਮੇਨ ਜਿਹੜੇ ਔਰਗਨ ਹੈ ਉਹ ਕਿਹੜਾ ਹੈ ਰੈਸਪੀਰੇਟਰੀ ਸਿਸਟਮ ਦਾ, ਲੰਗਸ, ਠੀਕ ਹੈ। ਲੰਗਸ ਜਿਹੜਾ ਹੈਗਾ ਉਹ ਰੈਸਪੀਰੇਟਰੀ ਦਾ ਮੇਨ ਔਰਗਨ ਹੈ, ਠੀਕ ਹੈ। ਅਤੇ ਲੰਗਸ ਜਿਹੜੇ ਹੈਗੇ ਨੇ ਉਹਨਾਂ ਦਾ ਇਹ ਕੰਮ ਹੈ ਕਿ ਜਿਹੜੀ ਏਅਰ ਨੂੰ ਆਕਸੀਜਨ ਦੇ ਨਾਲ ਸਪਲਾਈ ਕਰਨਾ ਪੂਰੀ ਬਾਡੀ ਦੇ ਵਿੱਚ, ਅਤੇ ਲੰਗਸ ਤੋਂ ਹੀ ਐਕਸਪੈਲ ਹੁੰਦੀ ਹੈ, ਮਤਲਬ ਬਾਹਰ ਨਿਕਲਦੀ ਹੈ ਕਾਰਬਨ ਡਾਈਆਕਸਾਈਡ, ਠੀਕ ਹੈ। ਹੁਣ ਦੇਖੋ ਇਸ ਦੇ ਵਿੱਚ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਇੱਕ ਰੈਸਪੀਰੇਟਰੀ ਸਿਸਟਮ ਹੈ ਵੱਖਰੇ ਵੱਖਰੇ ਅੰਗਾਂ ਨੂੰ ਮਿਲ ਕੇ ਬਣਿਆ ਹੋਇਆ। ਤਾਂ ਇਸ ਦੇ ਵਿੱਚ ਕੀ ਆ ਜਾਂਦਾ, ਨੇਜ਼ਲ ਕੈਵਿਟੀ ਜੋ ਕਿ ਆਪਣੇ ਨੋਜ਼ ਦੇ ਵਿੱਚ ਹੁੰਦੀ ਹੈ, ਫੈਰਿੰਕਸ ਗਲੇ ਦੇ ਵਿੱਚ, ਲੈਰਿੰਕਸ ਵੀ ਗਲੇ ਦੇ ਵਿੱਚ, ਬ੍ਰੌਂਕੀਓਲਸ ਨਹੀਂ, ਉਸ ਤੋਂ ਬਾਅਦ ਆ ਜਾਂਦਾ ਦੇਖੋ ਟਰੈਕੀਆ, ਜਿਹਦੇ ਰਾਹੀਂ ਜਿਹੜੀ ਹੈਗੀ ਆ ਹਵਾ ਦੇਖੋ ਸਾਰੀ ਲੰਗਸ ਦੇ ਵਿੱਚ ਜਾਏਗੀ ਜੋ ਆਪਾਂ ਸਾਹ ਲੈ ਰਹੇ ਹਾਂ। ਫਿਰ ਉਸ ਤੋਂ ਬਾਅਦ ਆ ਜਾਂਦੀਆਂ ਇਹ ਲੰਗਸ ਤੋਂ ਬਾਅਦ ਅੱਗੇ ਆ ਜਾਂਦੇ ਨੇ ਬ੍ਰੌਂਕਾਈ ਤੋਂ ਅੱਗੇ ਛੋਟੇ ਬ੍ਰੌਂਕੀਓਲਸ ਤੋਂ ਵੀ ਸਭ ਤੋਂ ਛੋਟੇ ਐਲਵੀਓਲਾਈ, ਅਤੇ ਨੀਚੇ ਹੁੰਦਾ ਡਾਇਫਰਾਮ ਜੋ ਕਿ ਆਪਣੀ ਮੂਵਮੈਂਟ ਦੇ ਵਿੱਚ ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਡਾਇਫਰਾਮ ਦਾ ਜਿਹੜਾ ਸਾਈਜ਼ ਹੈਗਾ ਇਹ ਵੱਧਦਾ ਘੱਟਦਾ ਹੈ, ਠੀਕ ਹੈ, ਤਾਂ ਕਿ ਲੰਗਸ ਨੂੰ ਜਗ੍ਹਾ ਮਿਲ ਸਕੇ ਫੈਲਣ ਦੇ ਲਈ। ਅਤੇ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਜਿਹੜਾ ਸਭ ਤੋਂ ਛੋਟਾ ਯੂਨਿਟ ਹੈ ਜੋ ਰੈਸਪੀਰੇਸ਼ਨ ਦੇ ਵਿੱਚ ਕੰਮ ਕਰਦਾ ਉਹ ਹੈਗਾ ਐਲਵੀਓਲਾਈ। ਸਭ ਤੋਂ ਜਿਹੜੇ ਛੋਟੇ ਸੈਲਸ ਨੇ ਰੈਸਪੀਰੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਉਹ ਹੈਗੇ ਨੇ ਐਲਵੀਓਲਾਈ, ਠੀਕ ਹੈ। ਹੁਣ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਡਾਈਜੈਸਟਿਵ ਸਿਸਟਮ ਦੀ। ਡਾਈਜੈਸਟਿਵ ਸਿਸਟਮ ਦੇ ਵਿੱਚ ਦੇਖੋ ਜਿਹੜਾ ਆਪਣਾ ਹਿਊਮਨ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਮੂੰਹ ਤੋਂ ਲੈ ਕੇ ਕਹਿੰਦੇ ਐਨਸ ਤੱਕ ਹੈਗਾ ਏ, ਠੀਕ ਹੈ। ਮੂੰਹ ਤੋਂ ਸਟਾਰਟ ਹੋ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਈਸੋਫੇਗਸ, ਫੂਡ ਪਾਈਪ, ਠੀਕ ਹੈ, ਫਿਰ ਸਟਮਕ, ਲੀਵਰ, ਪੈਨਕ੍ਰੀਅਸ, ਇਹ ਸਾਰੀਆਂ ਚੀਜ਼ਾਂ ਜੋ ਡਾਈਜੈਸ਼ਨ ਦੇ ਵਿੱਚ ਹੈਲਪ ਕਰਦੀਆਂ ਨੇ। ਔਰ ਉਸ ਤੋਂ ਬਾਅਦ ਜਿਹੜੇ ਇਹਦੇ ਮੇਨ ਔਰਗਨਸ ਹੁੰਦੇ ਨੇ ਸਮਾਲ ਇੰਟੈਸਟਾਈਨ ਅਤੇ ਲਾਰਜ ਇੰਟੈਸਟਾਈਨ। ਇਹਦਾ ਦੇਖੋ ਜਿਵੇਂ ਸਮਾਲ ਇੰਟੈਸਟਾਈਨ ਦੀ ਗੱਲ ਹੈ, ਕਹਿੰਦੇ ਸਮਾਲ ਇੰਟੈਸਟਾਈਨ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ, ਈਸੋਫੇਗਸ, ਸਟਮਕ, ਡਿਊਡੇਨਮ, ਜੀਜੇਨਮ, ਈਲੀਅਮ। ਈਸੋਫੇਗਸ ਅਤੇ ਸਟਮਕ ਜਿਹੜੇ ਹੈਗੇ ਨੇ ਵੱਖਰੇ ਪਾਰਟਸ ਨੇ, ਡਿਊਡੇਨਮ, ਜੀਜੇਨਮ, ਈਲੀਅਮ ਜਿਹੜੇ ਹੈਗੇ ਨੇ ਸਮਾਲ ਇੰਟੈਸਟਾਈਨ ਦੇ ਪਾਰਟਸ ਨੇ। ਉਸ ਤੋਂ ਬਾਅਦ ਨੀਚੇ ਜਿਹੜੇ ਅਸੈਂਡਿੰਗ ਕੋਲੋਨ, ਟਰਾਂਸਵਰਸ ਕੋਲੋਨ, ਲਾਰਜ ਇੰਟੈਸਟਾਈਨ, ਡਿਸੈਂਡਿੰਗ ਕੋਲੋਨ, ਰੈਕਟਮ, ਐਨਸ, ਇਹ ਸਾਰੇ ਕਾਹਦੇ ਨੇ, ਲਾਰਜ ਇੰਟੈਸਟਾਈਨ ਦੇ ਪਾਰਟਸ ਨੇ, ਠੀਕ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲ ਕੇ, ਸਾਰੇ ਪਾਰਟਸ ਨੂੰ ਮਿਲ ਕੇ ਲਾਰਜ ਇੰਟੈਸਟਾਈਨ ਅਤੇ ਸਮਾਲ ਇੰਟੈਸਟਾਈਨ ਬਣਦੀ ਹੈ। ਇਸ ਦੇ ਵਿੱਚ ਦੇਖੋ ਹੁਣ ਤੁਸੀਂ ਪਿਕਚਰਸ ਦੇ ਵਿੱਚ ਦੇਖ ਸਕਦੇ ਹੋ ਕਿ ਇੱਦਾਂ ਸਟਾਰਟ ਹੋਇਆ, ਦੇਖੋ ਓਰਲ ਕੈਵਿਟੀ 'ਚ ਆਪਣਾ ਮੂੰਹ ਹੈ, ਫਿਰ ਉਸ ਤੋਂ ਬਾਅਦ ਫੈਰਿੰਕਸ, ਠੀਕ ਹੈ, ਯੂਵੁਲਾ ਟੰਗ ਆਪਣੇ ਮੂੰਹ ਦੇ ਵਿੱਚ ਨੇ, ਸਲਾਈਵਰੀ ਗਲੈਂਡਸ, ਫਿਰ ਉਸ ਤੋਂ ਬਾਅਦ ਈਸੋਫੇਗਸ ਜਿਹੜੀ ਆਪਣੀ ਫੂਡ ਪਾਈਪ ਹੁੰਦੀ ਹੈ, ਫਿਰ ਸਟਮਕ ਦੇ ਵਿੱਚ ਖਾਣਾ ਗਿਆ, ਪੈਨਕ੍ਰੀਆ ਦੇ ਨਾਲ ਲੱਗਦੀ, ਲੀਵਰ ਹੈ, ਗੋਲ ਬਲੈਡਰ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਸਮਾਲ ਇੰਟੈਸਟਾਈਨ ਅਤੇ ਲਾਰਜ ਇੰਟੈਸਟਾਈਨ ਹੈ, ਫਿਰ ਨੀਚੇ ਸਭ ਤੋਂ ਰੈਕਟਮ ਅਤੇ ਐਨਸ ਨੇ। ਇਹ ਸਾਰੇ ਪਾਰਟਸ ਮਿਲ ਕੇ ਡਾਈਜੈਸਟਿਵ ਸਿਸਟਮ ਬਣਾਉਂਦੇ ਨੇ, ਕਿਉਂਕਿ ਇਹਨਾਂ ਦੇ ਰਾਹੀਂ ਹੀ ਆਪਣਾ ਡਾਈਜੈਸਟਿਵ ਸਿਸਟਮ ਕੰਮ ਕਰਦਾ। ਜਿਵੇਂ ਕਿ ਆਪਾਂ ਮੂੰਹ ਦੇ ਵਿੱਚੋਂ ਪਹਿਲਾਂ ਖਾਣਾ ਖਾ ਕੇ ਆਪਣੇ ਪੇਟ ਦੇ ਵਿੱਚ ਆਇਆ, ਪੇਟ ਦੇ ਵਿੱਚੋਂ ਜੋ ਵੀ ਚੀਜ਼ਾਂ ਸੀਗੀਆਂ, ਅਗਰ ਕੋਈ ਵੀ ਜਿਵੇਂ ਜਿਹੜੀਆਂ ਚੀਜ਼ਾਂ ਨੇ ਲੀਵਰ ਤੋਂ ਪਹੁੰਚਾਉਣ ਵਾਲੀਆਂ ਨੇ, ਲੀਵਰ ਨੇ ਉਹਨਾਂ 'ਤੇ ਕੰਮ ਕਰਨਾ ਹੈ, ਪੈਨਕ੍ਰੀਆਸ ਨੇ ਉਹਨਾਂ 'ਤੇ ਕੰਮ ਕਰਨਾ, ਜਿਹੜੀਆਂ ਪੈਨਕ੍ਰੀਆਸ ਨੇ ਪਹੁੰਚਾਉਣ ਵਾਲੀਆਂ ਨੇ। ਇਸੇ ਤਰ੍ਹਾਂ ਫਿਰ ਕੀ ਹੈ, ਹੌਲੀ ਹੌਲੀ ਪਚਣ ਤੋਂ ਬਾਅਦ ਜੋ ਅਬਜ਼ੋਰਬ ਕਰ ਲਈ ਨਿਊਟਰੀਐਂਟਸ, ਉਸ ਤੋਂ ਬਾਅਦ ਸਮਾਲ ਇੰਟੈਸਟਾਈਨ 'ਚ ਚੱਲ ਜਾਣਾ। ਸਮਾਲ ਇੰਟੈਸਟਾਈਨ ਦੇ ਵਿੱਚ ਜਾ ਕੇ ਜੋ ਵੇਸਟ ਪ੍ਰੋਡਕਟ ਹੁੰਦਾ ਹੈ ਉਹ ਲਾਰਜ ਇੰਟੈਸਟਾਈਨ 'ਚ ਚੱਲ ਜਾਂਦਾ, ਅਤੇ ਜੋ ਉਹਨਾਂ ਨੇ ਅਬਜ਼ੋਰਬ ਕਰਨਾ ਹੁੰਦਾ ਉਹ ਅਬਜ਼ੋਰਬ ਕਰ ਲੈਂਦੇ ਨੇ। ਅਤੇ ਲਾਰਜ ਇੰਟੈਸਟਾਈਨ ਦੇ ਵਿੱਚ ਵੀ ਸੇਮ ਇਹੀ ਗੱਲ ਹੁੰਦੀ ਹੈ ਕਿ ਅਗਰ ਕੁਛ ਵੀ ਰਹਿ ਵੀ ਜਾਂਦਾ ਅਬਜ਼ੋਰਬ ਕਰਨ ਤੋਂ ਬਾਅਦ ਉਹ ਸਾਰਾ ਕੁਛ ਐਨਸ ਦੇ ਰਾਹੀਂ ਬਾਹਰ ਭੇਜ ਦਿੰਦੇ ਨੇ, ਠੀਕ ਹੈ।
ਐਵੇਂ ਹੀ ਨੈਕਸਟ ਹੈਗਾ ਮਸਕੂਲੋਸਕੈਲਟਲ ਸਿਸਟਮ। ਮਸਕੂਲੋਸਕੈਲਟਲ ਸਿਸਟਮ ਹੁੰਦਾ ਕਿ ਜੋ ਆਪਣੀ ਮਾਸਪੇਸ਼ੀਆਂ ਦਾ ਸਿਸਟਮ ਹੈ ਉਹਦੇ ਬਾਰੇ ਪੜ੍ਹਨਾ, ਠੀਕ ਹੈ ਨਾ। ਇਸ ਦੇ ਵਿੱਚ ਦੇਖੋ ਮਾਸਪੇਸ਼ੀਆਂ ਆ ਜਾਂਦੀਆਂ ਨੇ ਕਿ ਉਹ ਕਿਵੇਂ ਜੋੜਦੇ ਨੇ ਆਪਣੇ ਜੋੜਾਂ ਨੂੰ, ਆਪਣੀਆਂ ਹੱਡੀਆਂ ਨੂੰ ਕਿਵੇਂ ਉਹਨਾਂ ਨੇ ਜੋੜ ਕੇ ਰੱਖਿਆ, ਕਿੱਦਾਂ ਸਪੋਰਟ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਅਤੇ ਇਹਨਾਂ ਦੇ ਮੇਨ ਫੰਕਸ਼ਨਸ ਕਿਹੜੇ ਹੁੰਦੇ ਨੇ, ਆਪਣੇ ਸਾਰੇ ਔਰਗਨਸ ਨੂੰ ਪ੍ਰੋਟੈਕਟ ਕਰਨਾ, ਉਹਨਾਂ ਨੂੰ ਸਪੋਰਟ ਦੇਣਾ, ਅਤੇ ਆਪਣੀ ਜਿਹੜੀਆਂ ਮਾਸਪੇਸ਼ੀਆਂ ਦੇ ਰਾਹੀਂ ਆਪਣੀ ਬੋਡੀ ਦੇ ਵਿੱਚ ਮੂਵਮੈਂਟ ਜਿਹੜੀ ਹੈਗੀ ਪੋਸੀਬਲ ਕਰਨਾ। ਫਿਰ ਉਸ ਤੋਂ ਬਾਅਦ ਆਪਣੀ ਬੋਡੀ ਨੂੰ ਸ਼ੇਪ ਦੇਣਾ। ਫਿਰ ਉਸ ਤੋਂ ਬਾਅਦ ਬਲੱਡ ਸੈਲਸ ਨੂੰ ਪ੍ਰੋਡਿਊਸ ਕਰਨਾ, ਅਤੇ ਕੈਲਸ਼ੀਅਮ ਅਤੇ ਫੋਸਫੋਰਸ ਹੱਡੀਆਂ ਦੇ ਵਿੱਚ ਸਟੋਰ ਕਰਕੇ ਰੱਖਣਾ। ਇਹ ਜਿਹੜੇ ਕੰਮ ਨੇ ਮਸਕੂਲੋਸਕੈਲਟਲ ਸਿਸਟਮ ਦੇ। ਦੇਖੋ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਮਸਕੂਲੋਸਕੈਲਟਲ ਸਿਸਟਮ ਹੈ, ਇਹ ਸਾਰਾ ਸਕੈਲਟਲ ਸਿਸਟਮ ਹੈ, ਬੋਨੀ ਸਟਰਕਚਰ ਹੈ ਆਪਣਾ ਸਾਰਾ ਜਿਹੜਾ ਢਾਂਚਾ ਹੁੰਦਾ ਆਪਣੇ ਸਰੀਰ ਦਾ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣਾ ਜਿਹੜਾ ਸਰੀਰ ਦਾ ਢਾਂਚਾ ਇਹ ਬਣਿਆ ਹੋਇਆ। ਇਸ ਦੇ ਵਿੱਚ ਫਿਰ ਔਰਗਨ ਸਪੇਸ ਹੁੰਦੇ ਨੇ ਅਤੇ ਫਿਰ ਇਹ ਇਹਨਾਂ ਨੂੰ ਸਪੋਰਟ ਦਿੰਦਾ, ਠੀਕ ਹੈ। ਹੁਣ ਉਸ ਤੋਂ ਬਾਅਦ ਅਗਲੀ ਗੱਲ ਸਕੈਲਟਲ ਸਿਸਟਮ ਸੀਗਾ, ਠੀਕ ਹੈ। ਇਹ ਸਕੈਲਟਲ ਸਿਸਟਮ ਦੇ ਵਿੱਚ ਦੇਖੋ ਕੀ ਹੁੰਦੇ ਨੇ, ਬੋਨਸ ਹੁੰਦੇ ਨੇ, ਜੁਆਇੰਟਸ ਹੁੰਦੇ ਨੇ, ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਬੋਨਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਬੋਨਸ ਹੋ ਸਕਦੀਆਂ ਨੇ, ਹੱਡੀਆਂ ਕੋਈ ਫਲੈਟਸ ਹੁੰਦੀਆਂ ਨੇ, ਕੋਈ ਇਰੈਗੂਲਰ ਹੁੰਦੀਆਂ ਨੇ, ਕੋਈ ਛੋਟੀਆਂ ਹੱਡੀਆਂ, ਕੋਈ ਵੱਡੀਆਂ ਹੱਡੀਆਂ, ਠੀਕ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਹੱਡੀਆਂ ਹੁੰਦੀਆਂ ਨੇ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਬਸ। ਐਵੇਂ ਹੀ ਜਿਹੜੇ ਆਪਣੇ ਸਰੀਰ ਦੇ ਵਿੱਚ ਜੁਆਇੰਟਸ ਹੁੰਦੇ ਨੇ, ਜੋੜ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਜੋੜ ਹੁੰਦੇ ਨੇ। ਕੁਝ ਜੁਆਇੰਟਸ ਇੱਦਾਂ ਦੇ ਹੁੰਦੇ ਨੇ ਜੋ ਕਿ ਆਪਾਂ ਮੂਵ ਨਹੀਂ ਕਰ ਸਕਦੇ ਹੈਗੇ, ਜਿਵੇਂ ਕਿ ਆਪਣਾ ਬ੍ਰੇਨ ਹੋ ਗਿਆ। ਅਤੇ ਇਸ ਤਰ੍ਹਾਂ ਦੇ ਕਈ ਹੁੰਦੇ ਨੇ ਜਿਹੜੇ ਕਿ ਆਪਾਂ ਮੂਵ ਕਰ ਸਕਦੇ ਹਾਂ, ਠੀਕ ਹੈ ਨਾ, ਜਿਵੇਂ ਕਿ ਆਪਣਾ ਵਰਟੀਬਰਾ। ਅਤੇ ਇਸੇ ਤਰ੍ਹਾਂ ਕੁਛ ਇੱਦਾਂ ਦੇ ਹੁੰਦੇ ਨੇ ਜੋ ਜਿਵੇਂ ਮਰਜ਼ੀ ਆਪਾਂ ਉਹਨਾਂ ਨੂੰ ਮੂਵ ਕਰ ਸਕਦੇ ਹਾਂ, ਜਿਵੇਂ ਕਿ ਆਪਣਾ ਜਿਹੜੀ ਸ਼ੋਲਡਰ ਹੋ ਗਿਆ, ਆਪਣਾ ਮੋਢਾ ਹੋ ਗਿਆ, ਠੀਕ ਹੈ, ਆਪਣਾ ਗੋਡਾ ਹੋ ਗਿਆ, ਕੋਈ ਇੱਦਾਂ ਦੇ ਹੁੰਦੇ ਨੇ, ਠੀਕ ਹੈ। 3 ਟਾਈਪਸ ਦੇ ਜਿਹੜੇ ਹੈਗੇ ਨੇ ਜੋੜ ਹੁੰਦੇ ਨੇ ਆਪਣੇ ਸਰੀਰ ਦੇ ਵਿੱਚ। ਮਸਕੂਲਰ ਸਿਸਟਮ ਜਿਹੜਾ ਹੁੰਦਾ ਹੈ, ਮਸਕੂਲਰ ਸਿਸਟਮ ਦੇ ਵਿੱਚ ਕਹਿੰਦੇ 3 ਟਾਈਪ ਦੇ ਮਸਲ ਜਿਹੜੇ ਹੈ ਕੰਮ ਕਰਦੇ ਨੇ। ਸਕੈਲਟਲ ਮਸਲਸ ਹੁੰਦੇ ਨੇ ਜੋ ਆਪਣੇ ਸਰੀਰ ਦੇ ਵਿੱਚ ਕਹਿੰਦੇ ਲਗਭਗ ਮਤਲਬ 500 ਤੋਂ ਵੀ ਜ਼ਿਆਦਾ ਮਸਲਸ ਨੇ, ਠੀਕ ਹੈ। ਅਤੇ 3 ਟਾਈਪ ਦੇ ਮੇਨ ਜਿਹੜੇ ਮਸਲਸ ਪਾਏ ਜਾਂਦੇ ਨੇ, ਸਕੈਲਟਲ ਮਸਲ, ਸਮੂਥ ਮਸਲ, ਕਾਰਡੀਅਕ ਮਸਲ। ਸਕੈਲਟਲ ਮਸਲ ਉਹ ਹੁੰਦੇ ਨੇ ਵਲੰਟਰੀ ਮਸਲ, ਜਿਨ੍ਹਾਂ ਦੀ ਆਪਾਂ ਮੂਵਮੈਂਟ ਖੁਦ ਕਰ ਸਕਦੇ ਹਾਂ, ਠੀਕ ਹੈ, ਆਪਣੀ ਮਰਜ਼ੀ ਦੇ ਨਾਲ। ਜਦੋਂ ਆਪਾਂ ਲੱਤ ਹਿਲਾਉਣਾ ਚਾਹੁੰਦੇ ਹਾਂ, ਜਦੋਂ ਆਪਾਂ ਤੁਰਨਾ ਚਾਹੁੰਦੇ ਹਾਂ ਆਪਾਂ ਤੁਰਦੇ ਹਾਂ, ਜਦੋਂ ਆਪਾਂ ਬੈਠਣਾ ਚਾਹੁੰਦੇ ਹਾਂ ਆਪਾਂ ਬੈਠਦੇ ਹਾਂ। ਅਤੇ ਕੁਝ ਹੁੰਦੇ ਨੇ ਸਮੂਥ ਇਨਵਲੰਟਰੀ, ਜੋ ਕਿ ਆਪਣੀ ਗੱਲ ਨਹੀਂ ਮੰਨਦੇ ਜਾਂ ਮਤਲਬ ਆਪਣੇ ਰਿਸਪੋਂਸ ਦੇ ਨਾਲ ਨਹੀਂ ਚੱਲਦੇ, ਉਹ ਆਪਣੇ ਆਪ ਹੀ ਚੱਲਦੇ। ਜਿਵੇਂ ਕਿ ਆਪਣਾ ਜਿਹੜਾ ਪੇਟ ਹੁੰਦਾ ਉਹਦੇ ਵਿੱਚ ਜਿਹੜੀ ਹੈਗੀ ਹੈ ਮੂਵਮੈਂਟ ਚੱਲਦੀ ਹੋ ਰਹਿੰਦੀ ਹੈ, ਠੀਕ ਹੈ। ਇਸੇ ਤਰ੍ਹਾਂ ਕਾਰਡੀਅਕ ਮਸਲ ਇਨ ਹਾਰਟ ਹੈ, ਉਹ ਵੀ ਇੱਕ ਇਨਵੋਲੰਟਰੀ ਮਸਲ ਹੈ, ਜੋ ਆਪਣੀ ਮਰਜ਼ੀ ਤੋਂ ਬਿਨਾਂ ਜਦੋਂ ਆਪਾਂ ਸੌਂਦੇ ਹਾਂ ਉਦੋਂ ਵੀ ਇਹ ਆਪਣਾ ਹਾਰਟ ਕੰਮ ਕਰਦਾ, ਉਦੋਂ ਆਪਣਾ ਹਾਰਟ ਕੰਮ ਕਰਨਾ ਬੰਦ ਨਹੀਂ ਕਰ ਦਿੰਦਾ, ਠੀਕ ਹੈ। ਤਾਂ ਜਿਹੜੇ ਮਸਲਸ ਆਪਣੇ ਆਪ ਚੱਲਦੇ ਰਹਿੰਦੇ ਨੇ ਇਨਵੋਲੰਟਰਲੀ, ਉਹ ਵੀ ਜਿਹੜੇ ਹੈਗੇ ਨੇ ਉਹ ਵੀ ਕਾਰਡੀਅਕ ਮਸਲ ਦੇ ਵਿੱਚ ਵੀ ਆਉਂਦੇ ਨੇ, ਠੀਕ ਹੈ। ਇਸੇ ਤਰ੍ਹਾਂ ਨੈਕਸਟ ਹੈਗਾ ਨਰਵਸ ਸਿਸਟਮ, ਜੋ ਕਿ ਆਪਣਾ ਨਾੜੀ ਤੰਤਰ ਹੈ, ਠੀਕ ਹੈ। ਨਾੜੀ ਤੰਤਰ ਜੋ ਆਪਣੇ ਸਰੀਰ ਦੇ ਵਿੱਚ ਫੈਲਿਆ ਹੋਇਆ, ਜੋ ਆਪਾਂ ਨੂੰ ਦੱਸਦਾ ਕਿ ਆਪਾਂ ਕਿਹੜੇ ਸਮੇਂ 'ਤੇ ਕਿਸ ਚੀਜ਼ ਦੇ ਲਈ ਰਿਸਪੌਂਡ ਕਰਨਾ। ਅਤੇ ਜਿਹੜਾ ਨਰਵਸ ਸਿਸਟਮ ਹੈ ਫਿਰ ਇਹਦੇ ਕਹਿੰਦੇ ਫੰਕਸ਼ਨ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਦੇਖੋ ਇਹਦਾ ਸੈਂਸਰੀ ਨਰਵਸ ਨੂੰ ਆਪਾਂ ਨੇ ਗੈਦਰ ਕਰਨਾ, ਆਪਾਂ ਨੇ ਇਕੱਠਾ ਕਰਨਾ ਹੈ ਕਿ ਕਿੱਥੋਂ ਆਪਾਂ ਨੂੰ ਕਿਹੜੀ ਸਟਿਮੂਲਾਈ ਮਿਲ ਰਹੀ ਹੈ, ਤਾਂ ਫਿਰ ਉਹਦੇ ਅਕੋਰਡਿੰਗ ਸਰੀਰ ਦੇ ਉਸ ਹਿੱਸੇ ਨੂੰ ਮੈਸੇਜ ਭੇਜਣਾ ਕਿ ਤੁਸੀਂ ਕਿੱਦਾਂ ਰਿਸਪੌਂਡ ਕਰਨਾ। ਫੋਰ ਐਗਜ਼ਾਮਪਲ ਕਿ ਤੁਹਾਡਾ ਕੋਈ ਵੀ ਇੱਕ ਬੱਚਾ ਹੈ, ਉਹਨੂੰ ਨਹੀਂ ਪਤਾ ਹੈਗਾ ਕਿ ਅੱਗ ਕੋਲੋਂ ਜਾਣ ਤੋਂ ਉਹਨੂੰ ਖਤਰਾ ਹੈ, ਤਾਂ ਉਹ ਕੀ ਕਰਦਾ ਹੈ, ਉਹ ਐਵੇਂ ਹੀ ਮੋਮਬੱਤੀ ਦੇ ਕੋਲ ਆਪਣਾ ਹੱਥ ਜਿਹੜਾ ਆਪਣੀ ਉਂਗਲੀ ਲੈ ਕੇ ਚੱਲ ਜਾਂਦਾ। ਪਰ ਉਸੇ ਟਾਈਮ ਜਿਹੜੀਆਂ ਉਹਦੀਆਂ ਸੈਂਸਿਸ ਨੇ, ਜੋ ਸੈਂਸਰੀ ਔਰਗਨਸ ਨੇ, ਉਹ ਕੰਮ ਕਰਦੇ ਨੇ ਅਤੇ ਬ੍ਰੇਨ ਤੱਕ ਮੈਸੇਜ ਭੇਜਦੇ ਨੇ। ਅਤੇ ਮੈਸੇਜ ਭੇਜਣ ਤੋਂ ਬਾਅਦ ਜਿਹੜਾ ਬ੍ਰੇਨ ਹੈਗਾ ਉਹ ਰਿਸਪੌਂਸ ਭੇਜਦਾ ਹੈ ਉਸੇ ਟਾਈਮ ਉਸ ਉਂਗਲੀ ਦੀ ਨਰਵਸ ਤੱਕ ਜਾ ਕੇ ਕਿ ਆਪਣੀ ਉਂਗਲੀ ਪਾਸੇ ਕਰਨੀ ਹੈ, ਕਿ ਇਸ ਤੋਂ ਆਪਾਂ ਨੂੰ ਡੇਂਜਰ ਰਿਸਕ ਹੈ, ਠੀਕ ਹੈ। ਅਤੇ ਇਹ ਹੁੰਦੀ ਹੈ ਸੈਂਸਰੀ ਨਰਵਸ ਦਾ ਕੰਮ ਕਰਨਾ। ਐਵੇਂ ਜਿਹੜੀ ਸੈਂਸਰੀ ਇਨਫੋਰਮੇਸ਼ਨ ਹੈ, ਕੋਈ ਵੀ ਸੈਂਸਿਸ ਦੀ ਇਨਫੋਰਮੇਸ਼ਨ ਹੈ, ਉਹ ਬ੍ਰੇਨ ਤੱਕ ਲੈ ਕੇ ਆਉਣਾ ਅਤੇ ਉਹਨੂੰ ਇੰਟਰਪ੍ਰੇਟ ਕਰਨਾ ਵੀ ਇਹ ਕੀ ਚੀਜ਼ ਹੈ, ਠੀਕ ਹੈ। ਉਹਨੂੰ ਸਮਝਣਾ ਹੈ ਵੀ ਇਹ ਕੀ ਹੈ, ਰਿਸਪੌਂਸ ਦੇਣਾ ਉਸ ਦੇ ਅਕੋਰਡਿੰਗ। ਫਿਰ ਐਵੇਂ ਮੋਟਰ ਨਰਵਸ ਹੁੰਦੀਆਂ ਨੇ ਜੋ ਕਿ ਦੱਸਦੀਆਂ ਨੇ ਆਪਣੇ ਸਰੀਰ ਦੀਆਂ ਮੂਵਮੈਂਟਸ ਬਾਰੇ, ਮਸਲਸ ਦੇ ਨਾਲ ਅਟੈਚਡ ਹੁੰਦੀਆਂ ਨੇ ਕਿ ਕਿੱਦਾਂ ਮੂਵਮੈਂਟ ਕਰਨੀ ਹੈ, ਕਿਹੜੀ ਮੂਵਮੈਂਟ ਕਿਸ ਟਾਈਮ 'ਤੇ ਕਰਨੀ ਹੈ, ਠੀਕ ਹੈ ਜੀ। ਇਸ ਦੇ ਵਿੱਚ ਦੇਖੋ ਜਿਹੜਾ ਨਰਵਸ ਸਿਸਟਮ ਹੈ ਇਹਦਾ ਕਿੱਦਾਂ ਬਣਿਆ ਹੁੰਦਾ ਹੈ, ਇਹ ਸੈਂਟਰਲ ਨਰਵਸ ਸਿਸਟਮ ਅਤੇ ਪੈਰੀਫਰਲ ਨਰਵਸ ਸਿਸਟਮ ਨਾਲ। ਸੈਂਟਰਲ ਨਰਵਸ ਸਿਸਟਮ ਦੇ ਵਿੱਚ ਆ ਜਾਂਦਾ ਆਪਣਾ ਜਿਹੜਾ ਬ੍ਰੇਨ ਹੁੰਦਾ, ਆਪਣੀ ਸੈਰੀਬਰੋਸਪਾਈਨਲ ਫਲੂਇਡ ਹੁੰਦੀ ਹੈ ਜੋ ਆਪਣੇ ਸੈਂਟਰ ਦੇ ਵਿੱਚ ਹੁੰਦਾ। ਪੈਰੀਫਰਲ ਨਰਵਸ ਸਿਸਟਮ ਹੋ ਜਾਂਦਾ ਜਿਵੇਂ ਕਿ ਆਪਣੀ ਪੂਰੀ ਬੋਡੀ ਦੇ ਵਿੱਚ ਜਿਹੜਾ ਆਲੇ ਦੁਆਲੇ ਜਿਹੜਾ ਫੈਲਿਆ ਹੋਇਆ, ਉਹ ਹੁੰਦਾ ਪੈਰੀਫਰਲ ਨਰਵਸ ਸਿਸਟਮ। ਅਤੇ ਇਸ ਦੇ ਵਿੱਚ ਮੇਨ ਜਿਹੜੀਆਂ 2 ਚੀਜ਼ਾਂ ਹੁੰਦੀਆਂ ਨੇ, ਬ੍ਰੇਨ ਅਤੇ ਸਪਾਈਨਲ ਕੋਰਡ। ਬ੍ਰੇਨ ਜੋ ਆਪਣੇ ਸਰੀਰ ਦੇ ਵਿੱਚ ਹੁੰਦਾ, ਆਪਣੇ ਸਕਲ ਦੇ ਵਿੱਚ ਹੁੰਦਾ, ਸਪਾਈਨਲ ਕੋਰਡ ਜੋ ਆਪਣੀ ਰੀੜ੍ਹ ਦੀ ਹੱਡੀ ਹੁੰਦੀ ਹੈ, ਠੀਕ ਹੈ। ਆਹ ਦੇਖੋ ਹੁਣ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਬ੍ਰੇਨ, ਪੈਰੀਫਰਲ ਨਰਵ, ਸਪਾਈਨਲ ਕੋਰਡ, ਪੈਰੀਫਰਲ ਨਰਵ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ ਹੋਈਆਂ ਨੇ। ਨਰਵਸ ਸਿਸਟਮ ਕਿੱਦਾਂ ਫੈਲਿਆ ਹੋਇਆ, ਦੇਖੋ ਇਹ ਇਹਨਾਂ ਨੇ ਲਾਈਨਾਂ ਜਿੰਨੀਆਂ ਬਣਾਈਆਂ ਹੋਈਆਂ ਨੇ, ਇਸ ਤਰ੍ਹਾਂ ਪੂਰੇ ਸਰੀਰ ਦੇ ਵਿੱਚ ਆਪਣਾ ਨਾੜੀ ਤੰਤਰ ਫੈਲਿਆ ਹੋਇਆ। ਇਸੇ ਤਰ੍ਹਾਂ ਨੈਕਸਟ ਹੈਗਾ ਯੂਰੀਨਰੀ ਸਿਸਟਮ। ਯੂਰੀਨਰੀ ਸਿਸਟਮ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ, ਜਿਸ ਦੇ ਵਿੱਚ ਯੂਰੀਨਰੀ ਬਲੈਡਰ, 2 ਕਿਡਨੀਸ ਆ ਜਾਂਦੀਆਂ ਨੇ, ਜਿਨ੍ਹਾਂ ਦਾ ਮੇਨ ਕੰਮ ਹੁੰਦਾ ਹੈ ਕਿ ਆਪਣਾ ਜਿਹੜਾ ਬਲੱਡ ਵੋਲੀਅਮ ਨੂੰ ਰੈਗੂਲੇਟ ਕਰਨਾ, ਅਤੇ ਜੋ ਵੀ
कोई मतलब कि ਇਹਦੇ ਵਿੱਚ ਵੇਸਟ ਪ੍ਰੋਡਕਟਸ ਨੇ ਉਹਨਾਂ ਨੂੰ ਬਾਹਰ ਕੱਢਣਾ, ਬਲੱਡ ਪੀਐਚ ਨੂੰ ਰੈਗੂਲੇਟ ਕਰਨਾ, ਠੀਕ ਹੈ। ਅਤੇ ਮੇਨ ਫੰਕਸ਼ਨਸ ਕੀ ਹੋ ਜਾਂਦੇ ਨੇ, ਵੇਸਟ ਪ੍ਰੋਡਕਟਸ ਨੂੰ ਬਾਹਰ ਕੱਢਣਾ, ਠੀਕ ਹੈ। ਇਲੈਕਟ੍ਰੋਲਾਈਟ ਬੈਲੈਂਸ ਨੂੰ ਬਰਕਰਾਰ ਰੱਖਣਾ, ਸੋਡੀਅਮ ਪੋਟੈਸ਼ੀਅਮ ਕੈਲਸ਼ੀਅਮ ਨੂੰ, ਠੀਕ ਹੈ। ਅਤੇ ਜਿਹੜਾ ਐਸਿਡ ਬੇਸ ਹੋਮਿਓਸਟੈਸਿਸ ਹੈ, ਐਸਿਡ ਬੇਸ ਦੀ ਜਿਹੜੀ ਹੋਮਿਓਸਟੈਸਿਸ ਮਤਲਬ ਬੈਲੈਂਸ ਬਣਾ ਕੇ ਰੱਖਣਾ ਬੋਡੀ ਦੇ ਵਿੱਚ, ਐਸਿਡ ਜ਼ਿਆਦਾ ਨਹੀਂ ਹੋਣਾ ਚਾਹੀਦਾ, ਬੇਸਿਕ ਜ਼ਿਆਦਾ ਨਹੀਂ ਹੋਣਾ ਚਾਹੀਦਾ। ਅਤੇ ਬਲੱਡ ਵੋਲੀਅਮ ਨੂੰ ਕੰਟਰੋਲ ਕਰਕੇ ਰੱਖਣਾ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ, ਠੀਕ ਹੈ ਜੀ। ਇਹ ਦੇਖੋ ਇਹਨਾਂ ਨੇ ਯੂਰੀਨਲ ਸਿਸਟਮ ਦੀ ਪੂਰੀ ਪਿਕਚਰ ਦੱਸੀ ਹੈ ਕਿ 2 ਕਿਡਨੀਜ਼ ਹੁੰਦੀਆਂ ਨੇ, ਯੂਰੇਟਰ ਹੁੰਦਾ ਹੈ, ਠੀਕ ਹੈ। ਫਿਰ ਉੱਥੇ ਤੋਂ ਯੂਰੀਨ ਬਣਦਾ ਹੈ, ਯੂਟਰਸ ਯੂਰੀਨ ਆਪਾਂ ਇੱਥੋਂ ਇੱਥੇ ਇਕੱਠਾ ਹੋ ਜਾਂਦਾ ਬਲੈਡਰ ਦੇ ਵਿੱਚ, ਅਤੇ ਫਿਰ ਯੂਰੈਥਰਾ ਦੇ ਰਾਹੀਂ ਆਪਣਾ ਜਿਹੜਾ ਯੂਰੀਨ ਹੈਗਾ ਉਹ ਆਊਟ ਹੋ ਜਾਂਦਾ। ਹੁਣ ਅਗਲੀ ਗੱਲ ਆ ਜਾਂਦੀ ਹੈ ਆਪਣਾ ਸਕਿਨ ਦਾ ਜਿਹੜਾ ਇੰਟੈਗੂਮੈਂਟਰੀ ਸਿਸਟਮ ਹੁੰਦਾ, ਇਸ ਦੇ ਵਿੱਚ ਕੀ ਹੈ ਆਪਣੀ ਸਭ ਤੋਂ ਮੇਨ ਇੰਪੋਰਟੈਂਟ ਗੱਲ ਸਕਿਨ ਆ ਜਾਂਦੀ ਹੈ। ਇਹਦੇ ਜਿਹੜੇ ਮੇਨ ਫੰਕਸ਼ਨ ਨੇ ਕੀ ਨੇ, ਇੱਕ ਤਾਂ ਪ੍ਰੋਟੈਕਸ਼ਨ ਹੈ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ ਕਿ ਜੋ ਵੀ ਆਪਣੇ ਕੀਟਾਣੂ ਹੁੰਦੇ ਨੇ ਆਪਣੇ ਸਰੀਰ ਦੇ ਰਾਹੀਂ ਅਗਰ ਐਂਟਰ ਕਰਨਾ ਚਾਹੁੰਦੇ ਨੇ ਤਾਂ ਉਹਦੇ ਤੋਂ ਪ੍ਰੋਟੈਕਸ਼ਨ ਕਰਨਾ ਇੰਟੈਗੂਮੈਂਟਰੀ ਸਿਸਟਮ ਦਾ ਕੰਮ ਹੈ। ਇਸੇ ਤਰ੍ਹਾਂ ਟੈਂਪਰੇਚਰ ਰੈਗੂਲੇਸ਼ਨ ਕਰਨਾ, ਸਰੀਰ ਨੂੰ ਠੰਡਾ ਜਾਂ ਗਰਮ ਰੱਖਣਾ ਮੌਸਮ ਦੇ ਅਨੁਸਾਰ। ਇਸੇ ਤਰ੍ਹਾਂ ਆ ਜਾਂਦਾ ਹੈ ਕਿ ਅਗਰ ਆਪਾਂ ਕੋਈ ਸੈਂਸਿਸ ਕੋਈ ਸਟਿਮੂਲਾਈ ਦੇ ਰਹੇ ਹਾਂ ਤਾਂ ਉਹਨੂੰ ਵੀ ਰਿਸਪੋਂਡ ਕਰਨਾ, ਇਹ ਵੀ ਉਹਦਾ ਕੰਮ ਹੈਗਾ ਇੰਟੈਗੂਮੈਂਟਰੀ ਸਿਸਟਮ ਦਾ। ਅਤੇ ਆਪਣੇ ਸਰੀਰ ਦੇ ਵਿੱਚੋਂ ਪਸੀਨੇ ਦੇ ਰਾਹੀਂ ਵਾਟਰ ਅਤੇ ਵੇਸਟ ਪ੍ਰੋਡਕਟਸ ਨੂੰ ਬਾਹਰ ਕੱਢਣਾ, ਅਤੇ ਵਿਟਾਮਿਨ ਡੀ ਮੈਨੂਫੈਕਚਰ ਕਰਨਾ। ਤਾਂ ਹੀ ਕਹਿੰਦੇ ਆ ਨਾ ਕਿ ਧੁੱਪ 'ਚ ਬੈਠਣਾ ਚਾਹੀਦਾ, ਵਿਟਾਮਿਨ ਡੀ ਮਿਲਦਾ। ਤਾਂ ਵਿਟਾਮਿਨ ਡੀ ਵੀ ਇਹ ਕਿਸੇ ਹੱਦ ਤੱਕ ਆਪਣੇ ਲਈ ਮੈਨੂਫੈਕਚਰ ਕਰਦਾ। ਇਹ ਦੇਖੋ ਇਹ ਸਕਿਨ ਦੀ ਜਿਹੜੀ ਹੈਗੀ ਹੈ ਪੂਰੀ ਪਿਕਚਰ ਹੈ ਐਕਸਪਲੇਨ ਦੇ ਵਿੱਚ ਕਿ ਕੀ ਹੁੰਦਾ ਹੈ, ਕਿੱਦਾਂ ਇਹਦੇ ਵਿੱਚੋਂ ਦੇਖੋ ਹੇਅਰ ਰੂਟ ਨਿਕਲੇ ਹੁੰਦੇ ਨੇ, ਕਿਹੜੀ ਇਹਦੇ ਵਿੱਚ ਲੇਅਰ ਹੁੰਦੀ ਹੈ, ਐਪੀਡਰਮਿਸ ਡਰਮਿਸ ਹਾਈਪੋਡਰਮਿਸ, ਠੀਕ ਹੈ। ਫਿਰ ਕਿਹੜਾ ਇਹਦੇ ਵਿੱਚ ਹੋਰ ਪਾਰਟ ਹੁੰਦੇ ਨੇ, ਕਿਹੜੇ ਟਿਸ਼ੂ ਹੁੰਦੇ ਨੇ, ਸਾਰੀਆਂ ਚੀਜ਼ਾਂ ਇਸ 'ਚ ਦੱਸੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਹੁਣ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਆਪਣੀ ਸੈਂਸਰੀ ਔਰਗਨਸ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ, ਟੰਗ, ਨੋਜ਼, ਠੀਕ ਹੈ। ਇਹ ਸੈਂਸਰੀ ਔਰਗਨਸ ਬਾਰੇ ਆਪਾਂ ਪੜ੍ਹਨਾ। ਜਿਹੜੇ ਟੰਗ ਹੁੰਦੇ ਨੇ, ਟੰਗ ਕਹਿੰਦੇ ਜਿਹਦਾ ਮੇਨ ਕੰਮ ਹੈ ਆਪਾਂ ਨੂੰ ਟੇਸਟ ਬਾਰੇ ਦੱਸਣਾ, ਆਪਣੇ ਖਾਣ ਦੇ ਵਿੱਚ ਆਪਣੇ ਬੋਲਣ ਦੇ ਵਿੱਚ ਹੈਲਪ ਕਰਨਾ। ਕਹਿੰਦੇ ਆਪਾਂ 4 ਤਰ੍ਹਾਂ ਦੇ ਜਿਹੜੇ ਟੇਸਟ ਹੈਗੇ ਆ ਆਪਾਂ ਪਤਾ ਕਰ ਸਕਦੇ ਹਾਂ ਟੰਗ ਤੋਂ, ਠੀਕ ਹੈ। ਸਵੀਟ, ਮਿੱਠਾ, ਸਾਲਟੀ, ਨਮਕੀਨ, ਬਿਟਰ, ਕੌੜਾ, ਠੀਕ ਹੈ, ਸੋਰ, ਖੱਟਾ। ਤਾਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਨੂੰ ਪਤਾ ਲੱਗ ਸਕਦਾ। ਹੁਣ ਅਗਲੀ ਗੱਲ ਆ ਜਾਂਦੀ ਹੈ ਨੋਜ਼ ਦਾ ਕੰਮ ਕੀ ਹੈ ਕਿ ਆਪਣੇ ਜੋ ਆਪਾਂ ਸਾਹ ਲੈ ਰਹੇ ਹਾਂ ਉਹਨੂੰ ਲੰਗਸ ਤੱਕ ਪਹੁੰਚਾਉਣਾ, ਠੀਕ ਹੈ। ਇਸ ਦੇ ਵਿੱਚ ਦੇਖੋ ਤੁਸੀਂ ਨੋਜ਼ ਦੀ ਜਿਹੜੀ ਪਿਕਚਰ ਹੈ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕੀ ਹੁੰਦਾ ਹੈ, ਠੀਕ ਹੈ ਨਾ। ਫਰੰਟਲ ਸਾਈਨਸ, ਸੁਪੀਰੀਅਰ ਨੇਜ਼ਲ ਕੌਨਕਾ, ਸਪਲੀਨੋਇਡ ਸਾਈਨਸ, ਮਿਡਲ ਮੇਟਸ, ਨੇਜ਼ੋਫੈਰਿੰਕਸ। ਮੇਨ ਕੰਮ ਇਸ ਦੇ ਵਿੱਚ ਹੇਅਰਸ ਵੀ ਹੁੰਦੇ ਨੇ ਨੋਜ਼ ਦੇ ਵਿੱਚ, ਸਾਨੂੰ ਸਾਰਿਆਂ ਨੂੰ ਪਤਾ ਹੋਊਗਾ। ਇਹਦਾ ਕੰਮ ਹੁੰਦਾ ਹੈ ਕਿ ਜੋ ਆਪਾਂ ਏਅਰ ਅੰਦਰ ਲੈ ਰਹੇ ਹਾਂ, ਜੋ ਆਪਾਂ ਇਨਹੇਲ ਕਰ ਰਹੇ ਹਾਂ, ਉਹ ਫਿਲਟਰ ਹੋ ਕੇ ਜਾਵੇ, ਠੀਕ ਹੈ। ਇਸੇ ਤਰ੍ਹਾਂ ਅਗਲੀ ਗੱਲ ਆ ਜਾਂਦੀ ਹੈ ਈਅਰ ਦੀ। ਆਪਣਾ ਈਅਰ ਦੀ ਵੀ ਸੈਂਸਰੀ ਔਰਗਨ ਹੈ, ਠੀਕ ਹੈ ਨਾ। ਇਹਦਾ ਕੰਮ ਕੀ ਹੁੰਦਾ, ਸੁਣਨਾ, ਸੁਣ ਕੇ ਜੋ ਆਪਾਂ ਸੁਣਿਆ ਹੈ ਉਹਨੂੰ ਸਟਿਮੂਲਾਈ ਨੂੰ ਰਿਸਪੋਂਡ ਕਰਨਾ ਅਤੇ ਉਹਨੂੰ ਸਮਝਣਾ। ਅਤੇ ਇਹ ਦੇਖੋ ਤੁਸੀਂ ਇਹ ਦੇਖ ਸਕਦੇ ਹੋ ਕੰਨ, ਇਹ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਗ੍ਰੀਨ ਜੀ ਹੈ ਨਾ, ਇਹ ਟਿੰਪੈਨਿਕ ਕੈਵਿਟੀ ਹੈ, ਅਤੇ ਇੱਥੇ ਟਿੰਪੈਨਿਕ ਮੈਂਬਰੇਨ ਹੈ ਜੋ ਕਿ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕੰਨ ਦਾ ਪਰਦਾ। ਅਤੇ ਇੰਟਰਨਲੀ ਦੇਖੋ ਕਿੰਨਾ ਕੁਛ ਬਣਿਆ ਹੋਇਆ, ਠੀਕ ਹੈ। ਆਹ ਜਿਹੜਾ ਬਾਹਰ ਦਿਖਦਾ ਹੈ ਇਹਦਾ ਕੋਈ ਕੰਮ ਨਹੀਂ ਹੈਗਾ, ਇਹ ਜਸਟ ਪ੍ਰੋਟੈਕਸ਼ਨ ਲਈ ਹੈ। ਜਿਹੜਾ ਆਪਾਂ ਕੰਨ ਕਹਿ ਦਿੰਦੇ ਹਾਂ ਕਿ ਇਹ ਕੰਨ ਹੈ, ਬਟ ਕੰਨ ਦਾ ਅੰਦਰਲਾ ਹਿੱਸਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੰਪਲੀਕੇਟਡ ਹੈ, ਠੀਕ ਹੈ ਜੀ। ਅਤੇ ਇਸ ਦਾ ਜਿਹੜਾ ਮੇਨ ਕੰਮ ਹੈ ਹੀਅਰਿੰਗ ਅਤੇ ਬੈਲੈਂਸ ਦਾ ਹੁੰਦਾ। ਹੀਅਰਿੰਗ ਦਾ ਮਤਲਬ ਸੁਣਨਾ, ਅਤੇ ਆਪਣੇ ਸਰੀਰ ਦਾ ਬੈਲੈਂਸ ਬਣਾ ਕੇ ਰੱਖਣਾ ਬੋਡੀ ਦਾ, ਤਾਂ ਉਹ ਵੀ ਇਹਦਾ ਕੰਨ ਦਾ ਕੰਮ ਹੈ। ਉਸ ਤੋਂ ਬਾਅਦ ਆ ਜਾਂਦੀ ਹੈ ਆਪਣੀ ਆਈ ਦਾ ਕੰਮ ਕੀ ਹੁੰਦਾ, ਅੱਖਾਂ ਦਾ ਕੰਮ ਕੀ ਹੈ, ਦੇਖਣਾ, ਠੀਕ ਹੈ ਨਾ। ਜਿਸ ਦੇ ਵਿੱਚ ਆਪਣਾ ਮੇਨ ਕੰਮ ਹੈ ਦੇਖਣਾ, ਜੋ ਵੀ ਆਪਾਂ ਦੇਖਦੇ ਹਾਂ ਉਹਨੂੰ ਸਟਿਮੂਲਾਈ ਨੂੰ ਰਿਸਪੋਂਡ ਕਰਨਾ, ਅਤੇ ਆਪਣੀ ਰੈਟੀਨਾ 'ਤੇ ਪਿਕਚਰ ਬਣਦੀ ਹੈ, ਠੀਕ ਹੈ। ਇਹ ਆਪਣੀ ਆਈ ਹੈ, ਦੇਖੋ ਕਿੱਦਾਂ ਬਣੀ ਹੋਈ ਹੈ। ਮੂਰਲੀਆਂ ਜਿਹੜੀਆਂ ਪ੍ਰੋਸੈਸਿਸ ਨੇ, ਸਕਲੈਰਾ, ਕਲੋਰੋਇਡ, ਆਈਰਿਸ, ਲੈਂਸ, ਪਿਊਪਿਲ, ਕੋਰਨੀਆ, ਐਕਸ ਬੋਡੀ, ਵਿਟਰਸ ਬੋਡੀ, ਰੈਟੀਨਾ ਜਿੱਥੇ ਇਮੇਜ ਬਣਦੀ ਹੈ, ਠੀਕ ਹੈ। ਓਪਟਿਕ ਡਿਸਕ ਜੋ ਕਿ ਬਲਾਈਂਡ ਸਪੋਟ ਹੁੰਦਾ, ਓਪਟਿਕ ਨਰਵ ਜੋ ਉਹਨੂੰ ਬਲੱਡ ਸਪਲਾਈ ਕਰਦੀ ਹੈ, ਠੀਕ ਹੈ। ਤਾਂ ਇਹ ਸਾਰੇ ਜਿਹੜੇ ਹੈਗੇ ਨੇ ਆਈਜ਼ ਦੇ ਪਾਰਟਸ ਹੁੰਦੇ ਨੇ, ਇਹ ਹੁੰਦੀਆਂ ਨੇ ਸੈਂਸਰੀ ਔਰਗਨਸ, ਠੀਕ ਹੈ ਜੀ। ਇਹ ਸਾਰੀਆਂ ਹੁੰਦੀਆਂ ਨੇ ਸੈਂਸਰੀ ਔਰਗਨਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਲੱਗੀ ਹੋਊਗੀ। ਆਪਾਂ ਕੀ ਪੜ੍ਹਿਆ ਅੱਜ ਹਿਊਮਨ ਬੋਡੀ ਪਾਰਟਸ ਦੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਸੀਗਾ ਕਿ ਅਨਾਟਮੀ ਅਤੇ ਫਿਜ਼ੀਓਲੋਜੀ ਹੁੰਦੀ ਕੀ ਹੈ। ਫਿਰ ਉਸ ਤੋਂ ਬਾਅਦ ਆਪਾਂ ਨੇ ਅਨਾਟਮੀ ਦੇ ਵੱਖਰੇ ਸਬਜੈਕਟ ਪੜ੍ਹੇ, ਵੱਖਰੀਆਂ ਪੋਜੀਸ਼ਨਸ ਪੜ੍ਹੀਆਂ। ਫਿਰ ਉਸ ਤੋਂ ਬਾਅਦ ਆਪਾਂ ਸਿਸਟਮਸ ਬਾਰੇ ਓਵਰਵਿਊ ਕੀਤਾ। ਫਿਰ ਉਸ ਤੋਂ ਬਾਅਦ ਆਪਣੇ ਸਾਰੇ ਸਿਸਟਮਸ ਨੂੰ ਆਪਾਂ ਨੇ ਕੀ ਕੀਤਾ ਹੈ, ਬਰੀਫ ਦੇ ਵਿੱਚ ਐਕਸਪਲੇਨ ਕੀਤਾ ਹੈ, ਠੀਕ ਹੈ ਜੀ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਊਗਾ। ਤੁਸੀਂ ਇਹ ਜ਼ਰੂਰ ਇੱਕ ਵਾਰੀ ਆਪ ਵੀ ਪੜ੍ਹਨਾ ਹੈ। ਥੈਂਕ ਯੂ।